ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਕਲਯੁਗੀ ਜੀਵਨ ਨੂੰ ਉਪਦੇਸ਼ ਕਰ ਰਹੇ ਆ, ਸਾਨੂੰ ਵਾਹਿਗੁਰੂ ਜੀ ਸਮਝਾ ਰਹੇ ਆ। ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤਰਸ ਕਰ ਰਹੇ ਗੁਰੂ ਨਾਨਕ ਪਾਤਸ਼ਾਹ ਰਹਿਮਤ ਦੇ ਘਰ ਦੇ ਵਿੱਚ ਆ ਕੇ ਦਾਤਾ ਜੀ ਬਖਸ਼ਿਸ਼ ਕਰ ਰਹੇ ਆ। ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਫਰਮਾਉਂਦੇ ਸ਼ਬਦ ਦੇ ਵਿੱਚ ਕਹਿੰਦੇ, ਹੋਂਦ ਵਿੱਚ ਆਇਆ, ਹੋਂਦ ਵਿੱਚ ਗਿਆ, ਹੋਂਦ ਵਿੱਚ ਜੰਮਿਆ, ਹੋਂਦ ਵਿੱਚ ਮੂਆ, ਹੋਂਦ ਵਿੱਚ ਦਿੱਤਾ, ਹੋਂਦ ਵਿੱਚ ਲਿਆ, ਹੋਂਦ ਵਿੱਚ ਖੱਟਿਆ, ਹੋਂਦ ਵਿੱਚ ਗਿਆ, ਹੋਂਦ ਵਿੱਚ ਸੱਚਿਆਰ, ਹੋਂਦ ਵਿੱਚ ਕੁੜਿਆਰ, ਹੋਂਦ ਵਿੱਚ ਪਾਪ ਪੁੰਨ ਵਿਚਾਰ, ਹੋਂਦ ਵਿੱਚ ਨਰਕ ਸੁਰਗ ਅਵਤਾਰ, ਹੋਂਦ ਵਿੱਚ ਹੱਸੈ, ਹੋਂਦ ਵਿੱਚ ਰੋਵੈ, ਹੋਂਦ ਵਿੱਚ ਭਰੀਐ, ਹੋਂਦ ਵਿੱਚ ਧੋਵੈ, ਹੋਂਦ ਵਿੱਚ ਜਾਤੀ ਜਿਨਸੀ ਖੋਵੈ, ਹੋਂਦ ਵਿੱਚ ਮੂਰਖ, ਹੋਂਦ ਵਿੱਚ ਸਿਆਣਾ, ਮੋਖ ਮੁਗਤ ਕੀ ਸਾਰ ਨ ਜਾਣਾ, ਹੋਂਦ ਵਿੱਚ ਮਾਇਆ, ਹੋਂਦ ਵਿੱਚ ਛਾਇਆ, ਹਉਮੈ ਕਰ ਕਰ ਜੰਤ ਉਪਾਇਆ, ਹਉਮੈ ਬੂਝੈ ਤਾਂ ਅੰਦਰ ਸੂਝੈ, ਗਿਆਨ ਵਿਹੂਣਾ ਕਤ ਕਤ ਲੂਝੈ, ਨਾਨਕ ਹੁਕਮੀ ਲਿਖਿਆ ਲੇਖ, ਜੇਹਾ ਵੇਖਿਆ ਤੇਹਾ ਵੇਖ। ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਲਯੁਗੀ ਜੀਵਨ ਨੂੰ ਸੋਝੀ ਬਖਸ਼ਿਸ਼ ਕਰ ਰਹੇ ਆ। ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ ਆ, ਵਾਹਿਗੁਰੂ ਜੀ ਬਿਆਨ ਕਰ ਰਹੇ ਆ, ਸੱਚੇ ਪਿਤਾ ਵਾਹਿਗੁਰੂ ਜੀ ਨੇ ਜਿੰਨੀ ਸਮਝ ਬਖਸ਼ੀ ਹੈ, ਜਿਹੜੀ ਸਾਧ ਸੰਗਤ ਗੁਰਬਾਣੀ ਜਿਹੜੀ ਆ ਥਾਹ ਸਮੁੰਦਰ ਆ, ਇਹਦੇ ਵਿੱਚ ਜਿੰਨਾ ਜਿੰਨਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਾਣਗੇ, ਜਿੰਨੀ ਜਿੰਨੀ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਮੇਰੇ ਦਾਤਾ ਜੀ, ਉਨੀ ਉਨੀ ਸਮੱਧ ਬਖਸ਼ਦੇ ਆ। ਜਿੰਨਾ ਜਿੰਨਾ ਕਿਰਪਾ ਕਰਦੇ ਸਤਿਗੁਰੂ ਜੀ, ਜਿੰਨੀ ਜਿੰਨੀ ਕੋਈ ਜਗਿਆਸੂ ਜਿਹੜਾ ਡੁਬਕੀ ਲਾਉਂਦਾ ਉਹਨਾਂ ਉਹਨਾਂ ਗਿਆਨ ਜਿਹੜਾ ਪ੍ਰਾਪਤ ਕਰ ਲੈਂਦਾ। ਥਾਂ ਬਹੁਤ ਬਾਣੀ ਆ, ਗੁਰਬਾਣੀ ਸਤਿਗੁਰੂ ਜੀ ਨੇ ਰਚੀ ਆ। ਸਾਧ ਸੰਗਤ ਇਹਦਾ ਅੰਤ ਜਿਹੜਾ ਆਪਾਂ ਨਹੀਂ ਪਾ ਸਕਦੇ। ਆਪਣੀ ਬੁੱਧੀ ਦੇ ਅਨੁਸਾਰ ਜਿਹੜਾ ਸਤਿਗੁਰੂ ਜੀ ਜੀਵਨ ਜੋ ਵਿਚਾਰ ਕਰਵਾ ਰਹੇ ਨੇ, ਜੋ ਸਤਿਗੁਰੂ ਜੀ ਬਖਸ਼ ਰਹੇ ਨੇ, ਉਹਦੇ ਅਨੁਸਾਰ ਸ਼ਬਦ ਦੀ ਜਿਹੜੀ ਸਾਂਝ ਆਪ ਜੀ ਦੇ ਨਾਲ ਪਾ ਰਹੇ ਆ। ਇਹ ਜੀਵ ਜਿਹੜੇ ਸਤਿਗੁਰੂ ਜੀ ਫਰਮਾ ਰਹੇ, ਕਹਿੰਦੇ ਜੀਵ ਜਿਹੜਾ ਵਾ ਹਉਮੈ ਦੇ ਵਿੱਚ ਹੀ ਇਸ ਸੰਸਾਰ ਦੇ ਵਿੱਚ ਆਉਂਦਾ ਅਤੇ ਹਉਮੈ ਦੇ ਵਿੱਚ ਹੀ ਇੱਥੋਂ ਚਲੇ ਜਾਂਦਾ ਵਾ। ਹਉਮੈ ਦੇ ਵਿੱਚ ਹੀ ਸੰਸਾਰ ਆਪਾਂ ਜਿਹੜੇ ਸਤਿਗੁਰੂ ਜੀ ਫਰਮਾ ਰਹੇ, ਸਤਿਸੰਗ ਗੁਰੂ ਸਾਹਿਬ ਕਹਿੰਦੇ ਕਿ ਆਪਾਂ ਹਉਮੈ ਦੇ ਵਿੱਚ ਹੀ ਆਉਂਦੇ ਹਾਂ ਅਤੇ ਹਉਮੈ ਦੇ ਕਾਰਨ ਹੀ ਇਸ ਸੰਸਾਰ ਤੋਂ ਚਲੇ ਜਾਂਦੇ ਹਾਂ। ਸੰਸਾਰ 'ਤੇ ਆਉਂਦੇ ਹਾਂ, ਸਤਿਗੁਰੂ ਜੀ ਕਿਰਪਾ ਕਰਕੇ ਭੇਜਦੇ ਆ ਕਿ ਅਸੀਂ ਆਪਣੀ ਹਉਮੈ ਨੂੰ ਖਤਮ ਕਰਕੇ ਇੱਥੇ ਚੰਗੇ ਕੰਮ ਕਰਕੇ ਸੰਸਾਰ ਦੇ ਉੱਤੇ ਆਪਣਾ ਜਿਹੜਾ ਜੀਵਨ ਆ, ਜਿਵੇਂ ਜਿਵੇਂ ਗੁਰੂ ਸਾਹਿਬ ਦੱਸ ਰਹੇ ਆ, ਉਵੇਂ ਉਵੇਂ ਕਰਕੇ ਬਤੀਤ ਅਤੇ ਅਸੀਂ ਸੰਸਾਰ ਤੋਂ ਜਾਈਏ, ਮਤਲਬ ਸੰਸਾਰ ਤੋਂ ਜਿੱਤ ਕੇ ਜਾਈਏ। ਸੰਸਾਰ ਤੋਂ ਜੰਮਣ ਮਰਨ ਦਾ ਜਿਹੜਾ ਜਿਹੜੇ ਉਹ ਖਤਮ ਕਰਕੇ ਜਾਈਏ, ਆਪਣੇ ਕੰਮ ਕਰਕੇ ਗੁਰੂ ਸਾਹਿਬ ਦੇ ਕੋਲ ਬੈਠ ਕੇ ਉਪਦੇਸ਼ ਗ੍ਰਹਿਣ ਕਰਕੇ ਹਉਮੈ ਨੂੰ ਮਾਰ ਕੇ। ਪਰ ਸਾਡੇ ਜੀਵਨ ਦੇ ਜਿਹੜੇ ਮਾੜੇ ਕਰਮ ਆ ਉਹ ਕਿ ਅਸੀਂ ਹਉਮੈ ਨੂੰ ਸਮਝ ਨਹੀਂ ਪਾਉਂਦੇ। ਹਉਮੈ ਦੇ ਵਿੱਚ ਸਾਰਾ ਕੁਛ, ਹਉਮੈ ਦੇ ਵਿੱਚ ਜੰਮਦੇ ਹਾਂ, ਫਿਰ ਆਪਣਾ ਜੀਵਨ ਜਿਹੜਾ ਵਿਅਰਥ ਕਰਦੇ ਹਾਂ। ਗੇੜ ਜਿਹੜਾ ਲਗਾਤਾਰ ਚੱਲੀ ਜਾ ਰਿਹਾ, ਹਉਮੈ ਦੇ ਵਿੱਚ ਵਾਰ-ਵਾਰ ਜੰਮਦੇ ਹਾਂ, ਜੀਵਨ ਵਿਅਰਥ ਕਰਕੇ ਫਿਰ ਜੰਮਦੇ ਹਾਂ, ਫਿਰ ਮਰਦੇ ਹਾਂ। ਜਿਹੜਾ ਗੇੜਾ ਗੁਰੂ ਸਾਹਿਬ ਕਹਿੰਦੇ ਲਗਾਤਾਰ ਹੀ ਸਾਡਾ ਕਲਯੁਗੀ ਜੀਵਨ ਦਾ ਜਿਹੜਾ ਵਾ ਉਹ ਚੱਲ ਰਿਹਾ ਵਾ। ਹਉਮੈ ਸਮਝ ਨਹੀਂ ਆ ਰਹੀ, ਹਉਮੈ ਤੋਂ ਬਚ ਨਹੀਂ ਪਾ ਰਹੇ, ਹਉਮੈ ਦੇ ਵਿੱਚ ਹੀ ਮਰ ਰਹੇ ਹਾਂ, ਫਿਰ ਵਾਰ-ਵਾਰ ਮਰਦੇ ਹਾਂ ਅਤੇ ਵਾਰ-ਵਾਰ ਮਾਰ ਜਿਹੜਾ ਉਹ ਜੰਮਦੇ ਹਾਂ। ਹਉਮੈ ਵਿੱਚ ਆਇਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਹੀ ਆ ਜਾਂਦੀ ਹਾਂ ਅਤੇ ਹਉਮੈ ਵਿੱਚ ਚਲੇ ਜਾਂਦੀ ਹਾਂ। ਹਉਮੈ ਵਿੱਚ ਜੰਮਿਆ, ਹਉਮੈ ਵਿੱਚ ਮੂਆ। ਅੱਗੇ ਗੁਰੂ ਸਾਹਿਬ ਕਹਿੰਦੇ ਹਉਮੈ ਵਿੱਚ ਹੀ ਜਿਹੜੇ ਵਾਰ-ਵਾਰ ਜੰਮਦੇ ਆ, ਹਉਮੈ ਵਿੱਚ ਹੀ ਜੰਮ ਪੈਂਦੇ ਹਾਂ ਅਤੇ ਮਰ ਜਾਂਦੇ ਹਾਂ। ਹਉਮੈ ਤੋਂ ਖਹਿੜਾ ਨਹੀਂ ਛੁੱਟਦਾ। ਅਤੇ ਇਸ ਕਰਕੇ ਅਜਾਈਂ ਜਿਹੜਾ ਆਪਣਾ ਮਨੁੱਖਾ ਜੀਵਨ ਆ ਉਹ ਆਪਾਂ ਹਉਮੈ ਦੇ ਵਿੱਚ ਅਜਾਈਂ ਜਿਹੜਾ ਗੁਆ ਰਹੇ ਹਾਂ। ਸੰਸਾਰ ਤੋਂ ਅਜਾਈਂ ਚਲੇ ਜਾਂਦੇ ਹਾਂ। ਅੱਗੇ ਗੁਰੂ ਸਾਹਿਬ ਫਰਮਾ ਰਹੇ ਆ, ਇਸ ਦੇ ਨਾਲ ਜਿਨ੍ਹਾਂ ਨੇ ਆਪਣੀ ਹਉਮੈ 'ਚ ਦਿੱਤਾ, ਹਉਮੈ 'ਚ ਲਿਆ। ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਫਰਮਾ ਰਹੇ ਆ, ਗੁਰੂ ਸਾਹਿਬ ਕਹਿੰਦੇ ਹਉਮੈ ਵਿੱਚ ਦਿੱਤਾ, ਹਉਮੈ ਵਿੱਚ ਲਿਆ। ਕਹਿੰਦੇ ਜੇ ਮੰਨ ਲਓ ਆਪਾਂ ਸਾਧ ਸੰਗਤ ਗੁਰੂ ਸਾਹਿਬ ਅੱਗੇ ਫਰਮਾ ਰਹੇ, ਕਹਿੰਦੇ ਹਉਮੈ ਵਿੱਚ ਜੇ ਆਪਾਂ ਕੋਈ ਮੰਨ ਲਓ ਦਾਨ ਵੀ ਕਰਦੇ ਹਾਂ, ਜੇ ਆਪਾਂ ਕਿਸੇ ਨੂੰ ਕੋਈ ਹੱਥੀਂ ਚੀਜ਼ ਦਾਨ ਕਰਦੇ ਹਾਂ ਅਤੇ ਆਪਾਂ ਉਹਦੇ ਵਿੱਚ ਵੀ ਸਾਡੀ ਹਉਮੈ ਆ। ਕਿਉਂਕਿ ਆਪਾਂ ਸਾਧ ਸੰਗਤ ਜੇ ਕਿਸੇ ਨੂੰ ਕੋਈ ਚੀਜ਼ ਦੇ ਦਿੱਤੀ ਅਤੇ ਆਪਾਂ ਆਪਣੇ ਜਾਣਨ ਵਾਲੇ ਜਿਹੜੇ ਆ ਚਾਰ ਚੀਜ਼ ਜਿਹੜੇ ਆਪਾਂ ਜਿਹੜੇ ਅੱਜ ਜਾਣਦੇ ਹਾਂ, ਉਹਨਾਂ ਦੇ ਵਿੱਚ ਪੱਕਾ ਉਸ ਚੀਜ਼ ਦਾ ਜ਼ਿਕਰ ਕਰਦੇ ਹਾਂ। ਚਾਹੇ ਜਦੋਂ ਦੇਣੀ ਆ ਇਹ ਸੋਚ ਕੇ ਦਿੰਦੇ ਹਾਂ ਕਿ ਸਾਨੂੰ ਕੋਈ ਵੇਖ ਰਿਹਾ ਵਾ, ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਮੈਂ ਚੀਜ਼ ਦਿੱਤੀ ਆ ਜਾਂ ਮੈਂ ਚੀਜ਼ ਜਿਹੜੀ ਉਹ ਦੇ ਰਿਹਾ ਕਿਸੇ ਨੂੰ, ਅਤੇ ਉਹ ਚੀਜ਼ ਜਿਹੜੀ ਆਪਾਂ ਵੱਧ ਤੋਂ ਵੱਧ ਜਿਹੜੀ ਲੋਕਾਂ ਦੇ ਸਾਹਮਣੇ ਉਹ ਦਿਖਾ ਕੇ ਦਿੰਦੇ ਹਾਂ। ਲੋਕਾਂ ਨੂੰ ਵੱਧ ਤੋਂ ਵੱਧ ਜਿਹੜੇ ਜਾਣਨ ਵਾਲੇ ਉਹਨਾਂ ਨੂੰ ਕਿ ਪਤਾ ਲੱਗ ਜਾਏ ਕਿ ਮੈਂ ਚੀਜ਼ ਜਿਹੜੀ ਦਿੱਤੀ ਆ। ਭਾਵ ਕਿਸੇ ਦੀ ਮਦਦ ਤਾਂ ਕਰਦੇ ਹਾਂ ਹਉਮੈ ਦੇ ਵਿੱਚ, ਉਹਦੇ ਵਿੱਚ ਵੀ ਆਪਣਾ ਮਨੋਰਥ ਹੁੰਦਾ, ਆਪਣਾ ਜਿਹੜਾ ਉਹ ਹੁੰਦਾ ਕਿ ਵਿੱਚ ਹਉਮੈ ਕਿ ਕਿਸੇ ਨੂੰ ਪਤਾ ਲੱਗ ਜਾਏ ਕਿ ਮੈਂ ਇਹਦੀ ਮਦਦ ਕੀਤੀ ਆ। ਭਾਵੇਂ ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਮੈਂ ਗੁਰੂ ਸਾਹਿਬ ਦਾ ਹੁਕਮ ਹੀ, ਸਤਿਗੁਰੂ ਨੂੰ ਆਪਾਂ ਵਿਸਾਰ ਦਿੰਦੇ ਹਾਂ ਇਸ ਚੀਜ਼ ਦੇ ਵਿੱਚ। ਆਪਾਂ ਇੱਦਾਂ ਚੇਤੇ ਹੀ ਨਹੀਂ ਰੱਖਦੇ ਕਿ ਮੇਰੇ ਦਾਤੇ ਦਾ ਹੁਕਮ ਆ, ਮੇਰੇ ਗੁਰੂ ਸਾਹਿਬ ਜਾਂ ਮੇਰੇ ਦਾਤਾ ਜੀ ਫਰਮਾ ਰਹੇ, ਉਹਨੇ ਮੈਨੂੰ ਬਖਸ਼ਿਸ਼ ਕੀਤਾ ਸੀ, ਮੈਂ ਇਹ ਚੀਜ਼ ਜਿਹੜੀ ਲਿਆਉਣ ਵਾਲਾ ਕਿੱਥੋਂ ਆ। ਜੇ ਆਪਾਂ ਉਸ ਚੀਜ਼ ਦੇ ਵਿੱਚ ਰਹੀਏ ਕਿ ਆਪਾਂ ਸਾਧ ਸੰਗਤ ਆਪਾਂ ਚੀਜ਼ ਲੈਣ ਵਾਲੇ ਕਿੱਥੋਂ, ਜਿਹੜੀਆਂ ਵਡਿਆਈਆਂ ਜਿਹੜੀਆਂ ਦਿੱਤੀਆਂ ਵਾ ਆਪਾਂ ਨੂੰ, ਘਰ ਬਾਹਰ ਜੇ ਪੈਸੇ ਦਿੱਤੇ ਆ ਤਾਂ ਸਤਿਗੁਰੂ ਨੇ ਦਿੱਤੇ ਆਪਣੇ
ਆਪਣੇ ਨਾਲੋਂ ਜਿਹੜੇ ਨੀਵੇਂ ਲੋਕ ਆ, ਜਿਹੜੇ ਨੀਵੇਂ ਸੰਸਾਰ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਨੂੰ ਸਤਿਗੁਰੂ ਨੇ ਰਹਿਣ ਲਈ ਮਕਾਨ ਵੀ ਨਹੀਂ ਦਿੱਤਾ, ਉਹ ਵੀ ਤਾਂ ਸਤਸੰਗ ਆਪਣੇ ਵਰਗੇ ਹੀ ਆ, ਆਪਣੇ ਵਾਂਗ ਹੀ ਉਹ ਵੀ ਸੰਸਾਰ ਦੇ ਉੱਤੇ ਆਏ ਆ। ਅਤੇ ਜੇ ਸਤਿਗੁਰਾਂ ਨੇ ਬਾਂਹ ਫੜੀ ਆ ਆਪਣੀ, ਗੁਰੂ ਸਾਹਿਬ ਨੇ ਆਪਾਂ ਨੂੰ ਇਹ ਬਖਸ਼ਿਸ਼ ਕੀਤੀਆਂ, ਅਤੇ ਆਪਾਂ ਲਿਆਉਣ ਵਾਲੇ ਕੌਣ? ਇਹ ਗੁਰੂ ਸਾਹਿਬ ਦੀਆਂ ਬਖਸ਼ਿਸ਼ ਕੀਤੀਆਂ। ਪਰ ਇਹਦੇ ਵਿੱਚ ਵੀ ਆਪਾਂ ਆਪਣੀ ਹਉਮੈ ਜਿਹੜੀ ਨਹੀਂ ਛੱਡਦੇ। ਅਤੇ ਆਪਾਂ ਜੇ ਕਿਸੇ ਨੂੰ ਦਿੰਦੇ ਹਾਂ ਤਾਂ ਵੀ ਉਹ ਹਉਮੈ ਦੇ ਵਿੱਚ ਹੀ ਦਿੰਦੇ ਹਾਂ, ਕਿ ਮੈਨੂੰ ਮਤਲਬ ਇਹ ਮੈਨੂੰ ਮੈਂ ਵਾਹ ਕੇ ਮੈਨੂੰ ਵਾਹ ਪ੍ਰਾਪਤ ਹੋ ਜਾਏ, ਲੋਕਾਂ ਨੂੰ ਪਤਾ ਲੱਗ ਜਾਏ ਕਿ ਇਹ ਜਿਹੜਾ ਵਾ ਇਹ ਮੈਂ ਇਹਨੂੰ ਦੇ ਰਿਹਾ ਵਾਂ, ਭਾਵ ਵਡਿਆਈ ਚਾਹੁੰਦੇ ਹਾਂ। ਅਤੇ ਜੇ ਉਹ ਵਡਿਆਈ ਮਿਲਦੀ ਹੈ ਤਾਂ ਉਹਦੇ ਵਿੱਚ ਵੀ ਸਾਡੀ ਹਉਮੈ ਆ, ਭਾਵ ਜੇ ਕੁਛ ਲੈ ਰਹੇ ਹਾਂ, ਜੇ ਕੁਛ ਦੇ ਕੇ ਵਡਿਆਈ ਮਿਲ ਰਹੀ ਹੈ ਤਾਂ ਉਹਦੇ ਵਿੱਚ ਵੀ ਸਾਡੀ ਹਉਮੈ ਆ, ਕਿਤੇ ਨਾ ਕਿਤੇ ਛੁਪੀ ਆ ਉਹਦੇ ਵਿੱਚ ਵੀ। ਜੇ ਕੁਛ ਲੈ ਰਹੇ ਹਾਂ ਤਾਂ ਉਹ ਵੀ ਹਉਮੈ ਦੇ ਵਿੱਚ ਹੀ ਲੈ ਰਹੇ ਹਾਂ। ਜੇ ਉਹ ਦਿੱਤੇ ਹੋਏ ਦਾਨ ਦੀ ਵਡਿਆਈ ਮਿਲ ਰਹੀ ਆ ਤਾਂ ਉਹ ਵੀ ਸਾਡੇ ਵਿੱਚ ਹਉਮੈ ਪੈਦਾ ਕਰ ਰਹੀ ਆ, ਕਿ ਹਾਂ ਮੇਰੀ ਵਰਗਾ ਤਾਂ ਕੋਈ ਹੈ ਹੀ ਨਹੀਂ, ਲੋਕ ਮੈਨੂੰ ਕਿੰਨਾ ਚੰਗਾ ਕਹਿ ਰਹੇ ਆ। ਇੰਨਾ ਨਹੀਂ ਆਪਾਂ ਸਮਝਦੇ ਕੋਈ ਸਤਿਗੁਰੂ ਜੀ ਦਾ ਦਿੱਤਾ ਹੀ ਮੈਂ ਦਿੱਤਾ ਸੀ, ਅਤੇ ਉਸ ਦੇਣ ਦੇ ਸਦਕਾ ਮੈਨੂੰ ਜਿਹੜੀ ਆ ਉਹ ਲੋਕ ਵਡਿਆਈ ਕਰਦੇ ਆ, ਤਾਂ ਉਹਦੇ ਵਿੱਚ ਵੀ ਹਉਮੈ ਆ। ਜੇ ਦਿੱਤਾ ਤਾਂ ਉਹ ਦੇਣ ਲੱਗਿਆ ਵੀ ਹਉਮੈ, ਅਤੇ ਜੇ ਦੇਣ ਦੇ ਵਿੱਚ ਵੀ ਸਤਿਗੁਰੂ ਹਉਮੈ, ਜਦੋਂ ਆਪਾਂ ਦਾਨ ਕੀਤਾ ਸੀ ਅਤੇ ਜੇ ਲੈ ਰਹੇ ਹਾਂ ਦੇਣ ਦੇ ਵਿੱਚ ਵੀ ਹਉਮੈ, ਅਤੇ ਲੈਣ ਦੇ ਵਿੱਚ ਵੀ ਹਉਮੈ ਜਿਹੜੀ ਉਹ ਅਸੀਂ ਛੱਡਦੇ ਨਹੀਂ। ਭਾਵ ਹੰਕਾਰ ਮੈਂ ਜਿਹੜੀ ਆ ਉਹ ਅੱਗੇ ਹੀ ਰੱਖਦੀ ਹਾਂ ਹਮੇਸ਼ਾ, ਕਿ ਮੈਂ ਮਤਲਬ ਬਹੁਤ ਚੰਗਾ ਵਾਂ, ਮੈਨੂੰ ਹਰ ਇੱਕ ਕੰਮ ਦੇ ਵਿੱਚ ਆਪਾਂ ਨੂੰ ਮੈਂ ਮਤਲਬ ਅੱਗੇ ਰੱਖਦੀ, ਹਉਮੈ ਨੂੰ ਨਹੀਂ ਤਿਆਗਦੇ। ਅੱਗੇ ਗੁਰੂ ਸਾਹਿਬ ਫਰਮਾ ਰਹੇ ਆ, ਕਹਿੰਦੇ ਹਉਮੈ ਵਿੱਚ ਖੱਟਿਆ ਹਉਮੈ ਵਿੱਚ ਗਿਆ। ਕਹਿੰਦੇ ਜੇ ਧਨ ਦੌਲਤ ਦੀ ਪ੍ਰਾਪਤੀ ਦੁਨੀਆ ਦੇ ਵਿੱਚ ਹੁੰਦੀ ਆ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਕਹਿੰਦੇ ਜੇ ਸਾਨੂੰ ਮਨੁੱਖ ਸੰਸਾਰੀ ਜੀਵਾਂ ਨੂੰ ਧਨ ਦੌਲਤ ਦੀ ਪ੍ਰਾਪਤੀ ਹੁੰਦੀ ਆ, ਆਪਾਂ ਨੂੰ ਪ੍ਰਾਪਤ ਹੋਣ ਦੀ ਕਰਮਾਂ ਆਪਣਿਆਂ ਦਾ ਸਦਕਾ, ਪਿਛਲੀਆਂ ਕਰਮਾਂ ਦਾ ਕਰਕੇ, ਸਤਿਗੁਰੂ ਜੀ ਦੀ ਮਿਹਰ ਦਾ ਕਰਕੇ ਜੇ ਸਾਨੂੰ ਧਨ ਦੌਲਤ ਪ੍ਰਾਪਤ ਹੋ ਰਹੇ ਆ, ਕੁਛ ਸਤਿਗੁਰੂ ਸਾਨੂੰ ਦੇ ਰਹੇ ਆ, ਅਤੇ ਉਹਦੇ ਵਿੱਚ ਵੀ ਆਪਾਂ ਆਪਣੀ ਹਉਮੈ ਦਿਖਾਉਂਦੇ ਹਾਂ। ਚੰਗੀ ਅਸੀਂ ਹਉਮੈ ਆ ਕਿ ਮਤਲਬ ਮੈਨੂੰ ਆਹ ਚੀਜ਼ ਮਿਲ ਗਈ, ਮੈਂ ਆਹ ਚੀਜ਼ ਲੈ ਲਈ, ਜਿਹੜੀਆਂ ਚੀਜ਼ਾਂ ਪ੍ਰਾਪਤ ਕੀਤੀਆਂ ਉਹਨਾਂ ਵਿੱਚ ਵੀ ਅਸੀਂ ਹਉਮੈ, ਅਤੇ ਹਉਮੈ ਚੀਜ਼ ਖੱਟੇ, ਜੇ ਕੁਛ ਚੀਜ਼ ਦੇ ਵਿੱਚ ਜੇ ਕਿਸ ਚੀਜ਼ ਦੇ ਵਿੱਚ ਆਪਾਂ ਨੂੰ ਮੁਨਾਫਾ ਹੋ ਜਾਂਦਾ ਤਾਂ ਉਹਦੇ ਵਿੱਚ ਵੀ ਆਪਾਂ ਹਉਮੈ ਆ, ਕਿ ਮਤਲਬ ਮੇਰਾ ਕੰਮ ਜਿਹੜਾ ਮੈਂ ਬਹੁਤ ਵਧੀਆ ਕੀਤਾ ਸੀ। ਆਪਣੇ ਦਿਮਾਗ ਨੂੰ ਦੱਸਦੀ ਹਾਂ ਕਿ ਮੈਂ ਇੱਥੇ ਆਹ ਕੰਮ ਬਹੁਤ ਵਧੀਆ ਕੀਤਾ ਸੀ, ਮੈਂ ਆਹ ਸੋਚ ਜਿਹੜੀ ਉਹ ਬਹੁਤ ਵਧੀਆ ਸੋਚੀ ਸੀ, ਮੈਨੂੰ ਇਸ ਕਰਕੇ ਇਹ ਚੀਜ਼ ਦਾ ਜਿਹੜਾ ਮੁਨਾਫਾ ਹੋ ਗਿਆ। ਇਹ ਤਾਂ ਮਤਲਬ ਕਿ ਉੱਥੇ ਆਪਣੀ ਸੋਚ ਵਾਰ ਹਉਮੈ, ਉਹੀ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜੀ ਹਉਮੈ ਆ ਆਪਾਂ ਉਹਨੂੰ ਛੱਡਦੇ ਨਹੀਂ, ਕਿਸੇ ਵੀ ਤਰੀਕੇ ਦੇ ਨਾਲ ਹਉਮੈ ਜਿਹੜੀ ਇਨਸਾਨ ਨੂੰ ਤੰਗ ਕਰਦੀ, ਉਹਦੇ ਵਿੱਚ ਆਪਣੀ ਵਡਿਆਈ ਸਤਿਗੁਰੂ ਨੂੰ ਨਹੀਂ ਚਾਹੁੰਦੇ ਕਿ ਉਹਨੇ ਮੈਨੂੰ ਤਰਸ ਕਰਕੇ ਬਖਸ਼ਿਸ਼ ਕੀਤੀ ਮੇਰੇ ਉੱਤੇ, ਉਹਦੇ ਵਿੱਚ ਵੀ ਆਪਾਂ ਆਪਣੀ ਵਡਿਆਈ ਜਿਹੜੀ ਉਹ ਲੱਭਦੇ ਹਾਂ। ਮਤਲਬ ਵਾਰ ਸੋਚਦੇ ਹਾਂ ਕਿ ਮੈਂ ਇੱਥੇ ਆਹ ਕੀਤਾ ਸੀ, ਉਹਨੇ ਆਹ ਨਹੀਂ ਕੀਤਾ, ਇਹ ਕਰਕੇ ਉਹਦਾ ਨੁਕਸਾਨ ਹੋਇਆ, ਮੈਂ ਇੱਥੇ ਆਹ ਕੀਤਾ ਸੀ, ਇੱਦਾਂ ਮੈਂ ਕੀਤਾ ਸੀ ਨਾ, ਇਸੇ ਕਰਕੇ ਮਤਲਬ ਮੇਰੇ ਜਿਹੜਾ ਮੈਨੂੰ ਇਹ ਲਾਭ ਹੋ ਗਿਆ। ਅਤੇ ਜੇ ਆਪਣਾ ਕੁਛ ਗਵਾਚ ਜਾਂਦਾ ਵਾ, ਜੇ ਕੁਛ ਆਪਣੇ ਕੋਲੋਂ ਚਲੇ ਜਾਂਦਾ, ਕੁਛ ਮਤਲਬ ਆਪਣਾ ਨੂੰ ਨਹੀਂ ਮਿਲਦਾ, ਅਤੇ ਉਹਦੇ ਵਿੱਚ ਵੀ ਆਪਾਂ ਨੂੰ ਹਉਮੈ, ਉਹਦੇ ਵਿੱਚ ਵੀ ਆਪਣੀ ਹਉਮੈ ਆ, ਉਹਦੇ ਵਿੱਚ ਵੀ ਆਪਾਂ ਚਤਰਾਈ ਨਹੀਂ ਛੱਡਦੇ ਆਪਣੀ, ਮਤਲਬ ਚਤਰਾਈ ਸਿਆਣਪ ਆਪਣੀ ਆ, ਕਿ ਮੈਂ ਤਾਂ ਇੱਥੇ ਬਹੁਤ ਵਧੀਆ ਕੀਤਾ ਸੀ, ਮੇਰੇ ਕਰਕੇ ਥੋੜ੍ਹੀ ਗਿਆ, ਆਹ ਤਾਂ ਇੱਦਾਂ ਹੋ ਗਿਆ, ਦੂਸਰੇ ਨੇ ਇੱਦਾਂ ਕਰਤਾ ਸੀ ਅਤੇ ਉਹਦੇ ਕਰਕੇ ਮੇਰੇ ਕਰਕੇ ਮੈਂ ਤਾਂ ਮਤਲਬ ਉਹਦੇ ਵਿੱਚ ਵੀ ਹਉਮੈ ਵਿੱਚ ਖੱਟਿਆ ਹਉਮੈ ਵਿੱਚ ਗਿਆ। ਹਉਮੈ ਵਿੱਚ ਹੀ ਪਾ ਲੈਂਦੇ ਹਾਂ ਕੁਛ, ਅਤੇ ਹਉਮੈ ਵਿੱਚ ਹੀ ਗਵਾ ਦਿੰਦੇ ਹਾਂ। ਜੇ ਕੁਛ ਖੱਟਦੇ ਹਾਂ ਉਹਦੇ ਵਿੱਚ ਵੀ ਹਉਮੈ ਨਹੀਂ ਛੱਡਦੇ ਆਪਾਂ, ਅਤੇ ਜੇ ਕੁਛ ਪਾ ਲੈਂਦੇ ਗਵਾ ਲੈਂਦੇ ਹਾਂ ਤਾਂ ਵੀ ਹਉਮੈ ਚੁੱਕੀ ਫਿਰਦੇ ਹਾਂ। ਅੱਗੇ ਸਤਿਗੁਰੂ ਜੀ ਫਰਮਾਨ ਕਰ ਰਹੇ ਮੇਰੇ ਦਾਤਾ ਜੀ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਫਰਮਾ ਰਹੇ ਆ, ਕਹਿੰਦੇ ਹਉਮੈ ਵਿੱਚ ਸੱਚਿਆਰ ਹਉਮੈ ਵਿੱਚ ਕੂੜਿਆਰ। ਭਾਵ ਜਦੋਂ ਅਸੀਂ ਆਪਣੇ ਆਪ ਨੂੰ ਸੱਚਾ ਸਾਬਤ ਕਰ ਰਹੇ ਹੁੰਦੇ ਹਾਂ ਨਾ, ਤਾਂ ਵੀ ਹਉਮੈ ਜਿਹੜੀ ਉਹ ਹਉਮੈ ਵਿੱਚ ਹੁੰਦੇ ਆ। ਜਦੋਂ ਝੂਠੇ ਹੋ ਰਹੇ ਹੁੰਦੇ ਆ ਅਤੇ ਉਦੋਂ ਵੀ ਹਉਮੈ ਵਿੱਚ ਹੁੰਦੇ ਆ। ਭਾਵ ਦਲੀਲਾਂ ਜਦੋਂ ਸੱਚੇ ਸਾਬਤ ਕਰ ਰਹੇ ਹਾਂ ਆਪਣੇ ਆਪ ਨੂੰ, ਹਉਮੈ ਸੱਚਿਆਰ ਕੁੜੇ ਸੱਚੇ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਬਹੁਤ ਚੰਗੇ ਹਾਂ, ਉਦੋਂ ਆਪਣੇ ਕੰਮ ਬੜੇ ਯਾਦ ਕਰਦੇ ਹਾਂ, ਗਣਾਉਂਦੇ ਹਾਂ ਕਿ ਹਾਂ ਮੈਂ ਤਾਂ ਆਹ ਕੀਤਾ, ਮੈਂ ਤਾਂ ਆਹ ਕੀਤਾ, ਮੈਂ ਇੱਥੇ ਆਹ ਕੀਤਾ ਸੀ, ਇੱਦਾਂ ਕਰਕੇ ਮੈਂ ਤਾਂ ਬੜਾ ਸੱਚਾ ਵਾਂ, ਮੈਂ ਤਾਂ ਝੂਠਾ ਮਤਲਬ ਮੈਂ ਬੜਾ ਵਧੀਆ ਵਾਂ, ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਅਤੇ ਜਦੋਂ ਝੂਠੇ ਉਹ ਪੈ ਰਹੇ ਹੁੰਦੇ ਆ ਕਿਤੇ, ਅਤੇ ਉਦੋਂ ਵੀ ਆਪਾਂ ਉਹੀ ਮਤਲਬ ਹਉਮੈ ਦੇ ਵਿੱਚ ਹੀ ਹਾਂ, ਕਿ ਮਤਲਬ ਮੈਂ ਤਾਂ ਇੱਦਾਂ ਕਰ ਨਹੀਂ ਸਕਦਾ, ਇਹ ਕਿੱਦਾਂ ਇੱਦਾਂ ਮੇਰੇ ਤਾਂ ਮਤਲਬ ਉਦੋਂ ਵੀ ਆਪਣੀਆਂ ਜਿਹੜੀਆਂ ਹਉਮੈ ਉਹੀ ਅੱਗੇ ਰੱਖਦੀਆਂ, ਕਿ ਮਤਲਬ ਇੱਦਾਂ ਜਿਹੜਾ ਮੇਰੇ ਨਾਲ ਹੋਇਆ ਨਾ ਇਹ ਮਤਲਬ ਗਲਤ ਆ, ਮੈਂ ਉਹਦੇ ਵਿੱਚ ਵੀ ਆਪਣੀ ਹਉਮੈ ਆ। ਹਉਮੈ ਵਿੱਚ ਹੀ ਕੂੜਿਆਰ ਜਦੋਂ ਝੂਠੇ ਹੋ ਰਹੇ ਹੁੰਦੇ ਉਦੋਂ ਵੀ ਹਉਮੈ ਦੇ ਵਿੱਚ ਹੀ ਸਤਸੰਗਤ ਆਪਾਂ ਜਿਹੜੇ ਆ ਹਉਮੈ ਵਿੱਚ ਹੀ ਹੁੰਦੇ ਹਾਂ। ਹਉਮੈ ਵਿੱਚ ਪਾਪ ਪੁੰਨ ਵਿਚਾਰ, ਹਉਮੈ ਦੇ ਵਿੱਚ ਹੀ ਜੀਵ ਜਿਹੜੇ ਆ ਉਹ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਕਹਿੰਦੇ ਹਉਮੈ ਦੇ ਵਿੱਚ ਹੀ ਜੀਵ ਜਿਹੜਾ ਵਾ ਪਾਪ ਕਰਦਾ ਵਾ, ਅਤੇ ਹਉਮੈ ਦੇ ਵਿੱਚ ਹੀ ਇਹ ਪੁੰਨ ਕਰਦਾ ਵਾ। ਭਾਵ ਆਪਣੀ ਮੈਂ ਨਹੀਂ ਛੱਡਦਾ, ਹਉਮੈ ਨਹੀਂ ਛੱਡਦਾ, ਜ਼ਿੰਮੇਵਾਰੀ ਚੁੱਕੀ ਫਿਰਦਾ ਕਿ ਹਾਂ ਮੈਂ ਇਹ ਪੁੰਨ ਕੀਤਾ। ਇਹ ਨਹੀਂ ਸੋਚਦਾ ਕਿ ਮੈਂ ਜਿਹੜਾ ਚੰਗਾ ਕੰਮ ਕੀਤਾ ਵਾ ਇਹ ਸਤਿਗੁਰਾਂ ਨੇ ਕਰਵਾਇਆ ਮੇਰੇ ਕੋਲੋਂ, ਸਤਿਗੁਰੂ ਜੀ ਨੇ ਮੈਨੂੰ ਉਪਦੇਸ਼ ਦੇ ਕੇ ਬਖਸ਼ਿਸ਼ ਕਰਕੇ ਗੁਰੂ ਸਾਹਿਬ ਨੇ ਮੇਰੇ ਉੱਤੇ ਮੈਨੂੰ ਅਗਵਾਈ ਬਖਸ਼ ਕੇ ਮੇਰੇ ਕੋਲੋਂ ਜਿਹੜਾ ਵਾ ਇਹ ਕੰਮ ਕਰਵਾ ਲਿਆ। ਆਪਾਂ ਇਹ ਚੀਜ਼ ਨੂੰ ਤਾਂ ਵਿਚਾਰਦੇ ਹੀ ਨਹੀਂ, ਉਦੋਂ ਵੀ ਸਤਸੰਗਤ ਆਪਾਂ ਇਹੋ ਹੀ ਸੋਚਦੇ ਹਾਂ ਬਸ ਕਿ ਹਾਂ ਹਉਮੈ ਮੈਂ ਕਿ
मतलब ये काम जिहड़ा मैं कीता वा ये मैं ही कीता, मतलब मैं अपनी जिम्मेवारियां चुक लिया, जिम्मेवार बन गई आप कि हाँ मैं कीता एक, मतलब होमी किते ना किते उदों भी होमी पाप उन विच होमी जिहड़ी आ उदों भी साडा खड़ा जिहड़ा नहीं छड्डदी। ते सतगुरु जी कहंदे इन्ना आपां सोचदे नहीं कि काम जिहड़ा मैं करन वाला कौन आ, सतगुरु साहब चिपता वाहिगुरू जी आप बख्शिश करके मेरे कोलों करवा रहे आ, वो चीज़ नूं आपां विसार दिता ते अगे अपनी होमी रख ली कि होम विच पाप पुन्न विचार ते पाप पुन्नां दे विचार होमी विच ही करन लग पे। अगे सतगुरु जी फरमा रहे गुरु साहब कहंदे होम विच नरक सुरग अवतार, ते जदों होमी विच मरदे आ ते फिर नरक सुरग दे विच जाने आ, जदों नरक दे विच जाने होम विच नरक, ते कहंदे जदों होमी दे विच मरदे आ ते मर के फिर बुरे काम बुरे जेहड़े पासे फसदे नरकां दे विच आने आ होमी दे विच, ते फिर भी कहंदे अपने आप नूं होमी दे विच ही कहंदे उत्थे क्यों जाने आ होमी दे विच, क्योंकि होमी दे विच मरे होमी छड्डी नहीं लास्ट ते होमी दे विच गए, ते जे किते चंगे पासे चल जाइए फिर ते गल ही वक्खरी, फिर ते होमी फिर ते पूरी सिर ते चुक ली होमी कि मतलब मेरे वर्गा ते कोई है ही नहीं, मैं तो इन्नी वधिया काम करके आया, मैं तो इदां मैं तो मतलब मैं तां ही इत्थे मैनूं एहदी चीज़ की प्राप्ति हो गई है कि मेरे वर्गा तो कोई है ही नहीं, मैं तो इन्नी वधिया अपनी सियाणप दा सदका मतलब इत्थे आ गया। ਇਹ ਕਰਕੇ ਆਪਾਂ ਜੋ ਵੀ ਕਰਦੇ ਹਾਂ ਉਹ ਜਾਂ ਸਤਿਗੁਰੂ ਇੱਥੇ ਆਪਾਂ ਮਤਲਬ ਕਿ ਜਿਹੜੀ ਨਰਕ ਸੁਰਗ ਦੀ ਪ੍ਰਾਪਤੀ ਆ ਉਹ ਵੀ ਹਉਮੈ ਦੇ ਵਿੱਚ, ਉਹ ਵੀ ਸਾਨੂੰ ਜਿਹੜੀ ਆ ਸਾਡੇ ਹਉਮੈ ਦੇ ਕਾਰਨ ਹੀ ਹੁੰਦੀ ਆ, ਇਵੇਂ ਵੀ ਆਪਾਂ ਇਹਨੂੰ ਲੈ ਸਕਦੇ ਕਿ ਉਹ ਵੀ ਹਉਮੈ ਦੇ ਕਾਰਨ ਹੀ ਸਾਨੂੰ ਜਿਹੜੀ ਆ ਉਹ ਇਸ ਚੀਜ਼ ਦੀ ਪ੍ਰਾਪਤੀ ਹੁੰਦੀ ਆ। ਅੱਗੇ ਹੋਮ ਵਿੱਚ ਗੁਰੂ ਨਾਨਕ ਪਾਤਸ਼ਾਹ ਅੱਗੇ ਫਰਮਾ ਰਿਹਾ ਕਿ ਗੁਰੂ ਸਾਹਿਬ ਕਹਿੰਦੇ ਹੋਮ ਵਿੱਚ ਹੱਸੇ ਹੋਮ ਵਿੱਚ ਰੋਵੇ। ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਹੱਸਦੇ ਹਾਂ ਨਾ, ਜਦੋਂ ਕੋਈ ਕੰਮ ਕਰਕੇ ਖੁਸ਼ ਹੁੰਦੀ ਆ, ਬੜੀ ਖੁਸ਼ੀ ਹੁੰਦੀ ਆਪਾਂ ਨੂੰ ਅਤੇ ਹੱਸਦੇ ਹਾਂ ਆਪਾਂ, ਅਤੇ ਉਹ ਵੀ ਕਹਿੰਦੇ ਸਾਧ ਸੰਗਤ ਜੀ ਹਉਮੈ ਦੇ ਵਿੱਚ ਹੀ ਕਹਿੰਦੇ ਆਪਾਂ ਹੱਸਦੇ ਹਾਂ, ਉਦੋਂ ਵੀ ਹਉਮੈ ਹੀ ਆ ਕਿ ਬਸ ਹਾਂ ਕਿ ਮਤਲਬ ਹੱਸਦਾ ਉੱਚੀ ਉੱਚੀ ਕਿ ਮੈਂ ਮਤਲਬ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਇੰਨਾ ਵਧੀਆ ਮੈਂ ਕੰਮ ਕਰ ਲਿਆ, ਅਤੇ ਹਉਮੈ ਦੇ ਵਿੱਚ ਜਦੋਂ ਹੱਸਦੇ ਹਾਂ ਖੁਸ਼ ਹੁੰਦੇ ਹਾਂ ਭਾਵ ਅੰਦਰੋਂ ਜਿਹੜਾ ਉਲਾਸ ਪੈਦਾ ਹੁੰਦਾ ਵਾ ਉਦੋਂ ਵੀ ਅਸੀਂ ਹਉਮੈ ਦੇ ਵਿੱਚ ਹੀ ਹੁੰਦੇ ਹਾਂ, ਅਤੇ ਜਦੋਂ ਰੋਂਦੇ ਹਾਂ ਉਦੋਂ ਵੀ ਹਉਮੈ ਦੇ ਵਿੱਚ ਹੀ ਹੁੰਦੇ ਹਾਂ। ਸਾਡਾ ਰੋਣਾ ਜਦੋਂ ਸਾਨੂੰ ਦੁੱਖ ਆ ਉਦੋਂ ਵੀ ਦੁੱਖ ਦੇ ਵਿੱਚ ਵੀ ਸਾਡੀ ਹਉਮੈ ਆ ਕਿ ਮਤਲਬ ਮੈਂ ਇੱਦਾਂ ਮੇਰੇ ਵਰਗਾ ਤਾਂ ਕੋਈ ਕਰ ਨਹੀਂ ਸਕਦਾ, ਮੈਂ ਤਾਂ ਇੱਦਾਂ ਕੀਤਾ, ਮੈਂ ਆਪਣਾ ਸਾਰਾ ਜੀਵਨ ਆਹ ਕਰਦਾ ਰਿਹਾ, ਅਤੇ ਉਦੋਂ ਵੀ ਸਾਧ ਸੰਗਤ ਆਪਾਂ ਦੁੱਖ ਦੇ ਵਿੱਚ ਵੀ ਜਿਹੜੀ ਆਪਣੀ ਹਉਮੈ ਉਹ ਨਹੀਂ ਛੱਡਦੇ, ਉਦੋਂ ਵੀ ਹਉਮੈ ਜਿਹੜੀ ਉਹ ਚੁੱਕੀ ਆ ਕਿ ਮੈਂ ਹਾਂ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਇਸ ਕਰਕੇ ਜਦੋਂ ਰੋਂਦੇ ਹਾਂ ਹੱਸਦੇ ਹਾਂ ਉਦੋਂ ਵੀ ਹਉਮੈ ਦੇ ਵਿੱਚ ਹੁੰਦੇ ਹਾਂ, ਅਤੇ ਜਦੋਂ ਰੋਂਦੇ ਹਾਂ ਉਦੋਂ ਵੀ ਹਉਮੈ ਦੇ ਵਿੱਚ ਆਪਾਂ ਰੋਂਦੇ ਹਾਂ। ਹੋਮ ਵਿੱਚ ਭਰੀਏ ਹੋਮ ਵਿੱਚ ਭਰੀਏ ਹੋਮ ਵਿੱਚ ਧੋਵੇ। ਗੁਰੂ ਸਾਹਿਬ ਅੱਗੇ ਫਰਮਾਨ ਕਰ ਗਏ, ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਜਦੋਂ ਇਹ ਭਾਵ ਕਿ ਆਪਾਂ ਜਦੋਂ ਆਪਣੀ ਮੱਤ ਨੂੰ ਜਿਹੜੀ ਸਤਿਗੁਰੂ ਜੀ ਇਹ ਮੱਤ ਬਖਸ਼ੀ, ਕਹਿੰਦੇ ਚਲੋ ਹੋਮ ਵਿੱਚ ਭਰੀਏ ਹੋਮ ਵਿੱਚ ਧੋਵੇ, ਅਤੇ ਕਹਿੰਦੇ ਜਦੋਂ ਆਪਣੀ ਮੱਤ ਨੂੰ ਸੰਗਤ ਸਤਸੰਗ ਗੁਰੂ ਸਾਹਿਬ ਫਰਮਾਨ ਕਰ ਰਹੇ ਸੀ, ਕਹਿੰਦੇ ਜਦੋਂ ਭਾਵ ਕਿ ਆਪਾਂ ਆਪਣੀ ਜਿਹੜੀ ਮੱਤ ਆ ਉਹਨੂੰ ਪਾਪਾਂ ਦੇ ਨਾਲ ਭਰ ਰਹੇ ਹੁੰਦੇ ਹਾਂ, ਪਾਪਾਂ ਦੇ ਨਾਲ ਜਿਹੜੀ ਆਪਣੀ ਮੱਤ ਨੂੰ ਜਦੋਂ ਆਪਾਂ ਭਰ ਰਹੇ ਹੁੰਦੇ ਹਾਂ, ਭਾਵ ਕਿ ਜਦੋਂ ਆਪਾਂ ਹਉਮੈ ਵਿੱਚ ਹੁੰਦੇ ਹਾਂ ਮੈਂ ਵਿੱਚ ਹੁੰਦੀ ਹਾਂ ਕਿ ਅਤੇ ਉਦੋਂ ਵੀ ਆਪਾਂ ਜਿਹੜੇ ਆ ਜਦੋਂ ਹਉਮੈ ਨੂੰ ਮਤਲਬ ਭਾਵ ਚੰਗੇ ਕੰਮ ਕਰਕੇ ਮੈਂ ਸਿਰ 'ਤੇ ਚੁੱਕੀ ਹੁੰਦੀ ਆ, ਭਾਵ ਉਦੋਂ ਆਪਣੀ ਮੱਤ ਨੂੰ ਹਉਮੈ ਨੂੰ ਨਹੀਂ ਵਿਸਾਰਦੇ ਅਤੇ ਆਪਣੀ ਮੱਤ ਨੂੰ ਜਿਹੜੀ ਪਾਪਾਂ ਦੇ ਨਾਲ ਭਰ ਰਹੇ ਹੁੰਦੇ ਆ, ਚੰਗੇ ਕੰਮ ਕਰਕੇ ਜਦੋਂ ਵਡਿਆਈ ਲੈ ਰਹੇ ਹੁੰਦੇ ਆ ਕਿ ਮੈਂ ਮਤਲਬ ਇਹ ਕੀਤਾ ਮੈਂ ਇਹ ਕੀਤਾ, ਉਦੋਂ ਵੀ ਅਸੀਂ ਬੜੀ ਹਉਮੈ ਦੇ ਵਿੱਚ ਹੁੰਦੇ ਹਾਂ। ਅਤੇ ਜਦੋਂ ਆਪਾਂ ਹੋਮ ਵਿੱਚ ਜਦੋਂ ਇਹ ਮੱਤ ਜਿਹੜੀ ਉਹਨੂੰ ਧੋ ਰਹੇ ਹਾਂ, ਜਦੋਂ ਆਪਾਂ ਬੁਰੇ ਚੰਗੇ ਕੰਮ ਕਰ ਰਹੇ ਹਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ, ਜਦੋਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਆਪਣੇ ਉੱਤੇ ਉਪਦੇਸ਼ ਬਖਸ਼ਦੇ ਆ ਸਤਿਗੁਰੂ ਸਾਹਿਬ ਜੀ, ਅਤੇ ਉਹ ਉਪਦੇਸ਼ ਦੇ ਅਨੁਸਾਰ ਜਦੋਂ ਆਪਾਂ ਚੱਲਦੇ ਹਾਂ ਅਤੇ ਆਪਾਂ ਇਹ ਵਿਸਾਰ ਹੀ ਦਿੰਦੇ ਹਾਂ ਸਾਧ ਸੰਗਤ ਜਦੋਂ ਆਪਾਂ ਧੋ ਰਹੇ ਹਾਂ ਨਾ ਮੱਤ ਧੁੱਪ ਜਾਂਦੀ ਆ, ਧੁੱਪਦੀ ਮੱਤ ਚੰਗੇ ਕਰਮ ਕਰਨ ਦੇ ਨਾਲ ਵਾਹਿਗੁਰੂ ਦਾ ਜਾਪ ਕਰਦੇ ਨਾਲ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ, ਜਦੋਂ ਆਪਾਂ ਇਹ ਮੰਤਰ ਦਾ ਜਾਪ ਕਰਦੇ ਹਾਂ ਅਤੇ ਜਿਹੜੀ ਹਉਮੈ ਸਤਿਗੁਰੂ ਜੀ ਆਪਣੀ ਕਿਰਪਾ ਕਰਕੇ ਜਿਹੜੀ ਆ ਉਹ ਮਿਟਾਉਂਦੇ ਆ। ਪਰ ਸਾਧ ਸੰਗਤ ਅਸੀਂ ਕਲਯੁਗੀ 'ਚ ਕੀ ਕਰਦੇ ਹਾਂ, ਅਸੀਂ ਉਹਨੂੰ ਦਾਤੇ ਨੂੰ ਵਿਸਾਰ ਦਿੰਦੇ ਵਿੱਚੋਂ, ਉਹ ਵਿਸਾਰ ਦਿੰਦੇ ਹਾਂ ਕਿ ਸਾਨੂੰ ਇਹ ਮੱਤ ਕਿਹਨੇ ਦਿੱਤੀ ਆ, ਉਪਦੇਸ਼ ਕਿਹਨੇ ਦਿੱਤਾ ਵਾ, ਇਹ ਬਖਸ਼ਿਸ਼ ਕਿਹਨੇ ਕੀਤੀ ਸਾਡੇ ਉੱਤੇ, ਕਿਹਦੀ ਹਿੰਮਤ ਦਿੱਤੀ, ਕਿਹਨੇ ਉਦਮ ਬਖਸ਼ਿਆ ਸਾਨੂੰ, ਅਤੇ ਜਿਹਦੇ ਕਰਕੇ ਅਸੀਂ ਜਪਿਆ ਹੈ, ਕਿਹਦੇ ਕਰਕੇ ਕਿੱਥੋਂ ਲਿਆ ਉਹ ਚੀਜ਼ ਨੂੰ ਦਾਤੇ ਨੂੰ ਵਿਸਾਰਤਾ, ਉਹਦੇ ਵਿੱਚ ਵੀ ਸਾਡੀ ਹਉਮੈ ਆ ਕਿ ਮੈਂ ਹਾਂ ਮੇਰਾ ਤਾਂ ਇੰਨੇ ਚਿਰ ਦਾ ਚੌਂਕੜਾ, ਮੇਰਾ ਤਾਂ ਇੰਨਾ ਸਿਮਰਨ ਆ, ਮੈਂ ਇੰਨੇ ਪਾਠ ਕਰਦਾ ਵਾਂ, ਉਦੋਂ ਵੀ ਜਦੋਂ ਆਪਾਂ ਮੱਤ ਨੂੰ ਧੋਂਦੇ ਹਾਂ ਨਾ ਚੰਗੇ ਕਰਮ ਕਰਕੇ ਉਦੋਂ ਵੀ ਆਪਾਂ ਹਉਮੈ ਦੇ ਵਿੱਚ ਹੀ ਹੁੰਦੇ ਹਾਂ। ਸਾਧ ਸੰਗਤ ਉਦੋਂ ਵੀ ਜਿਹੜੀ ਆ ਮੈਂ ਹਉਮੈ ਨੂੰ ਨਹੀਂ ਛੱਡਦੇ, ਇਹ ਕਰਕੇ ਗੁਰੂ ਸਾਹਿਬ ਕਹਿੰਦੇ ਹਮੇਸ਼ਾ ਹੀ ਅਸੀਂ ਹਉਮੈ ਦੇ ਵਿੱਚ ਹੁੰਦੇ ਹਾਂ, ਉਦੋਂ ਵੀ ਅਸੀਂ ਹਉਮੈ ਨਹੀਂ ਛੱਡਦੇ, ਉਦੋਂ ਵੀ ਹਉਮੈ ਚੁੱਕੀ ਆ ਕਿ ਹਾਂ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਮਤਲਬ ਮੈਂ ਤਾਂ ਜੋ ਕਰ ਰਿਹਾ ਮੈਂ ਬਹੁਤ ਵਧੀਆ ਕਰ ਰਿਹਾ ਵਾਂ, ਮੈਂ ਚੰਗੇ ਕੰਮ ਕਰ ਰਿਹਾ ਵਾਂ, ਮੇਰੇ ਵਰਗਾ ਕੋਈ ਵੀ ਹੈਗਾ ਨਹੀਂ ਦੁਨੀਆ ਦੇ ਵਿੱਚ, ਹੋਰ ਇਨਸਾਨ ਜਿਹੜਾ ਵਾ ਉਹ ਮੇਰੇ ਵਾਂਗੂ ਨਹੀਂ ਕਰਦਾ ਹੁਣ।
ਭਾਵ ਚੰਗੇ ਕਰਮ ਕਰਕੇ ਵੀ ਮਨ ਜਿਹੜਾ ਮਨ ਨੂੰ ਜੇ ਧੋ ਰਹੇ ਹੁੰਦੇ ਆ ਉਦੋਂ ਵੀ ਹਉਮੈ ਦੇ ਵਿੱਚ ਹੀ ਹੁੰਦੇ ਹਾਂ ਆਪਾਂ ਕਿ ਮੈਨੂੰ ਮਤਲਬ ਲੋਕ ਵੇਖ ਲੈਣ ਕਿ ਮੈਂ ਮਤਲਬ ਆਹ ਕੰਮ ਕਰ ਰਿਹਾ ਵਾਂ, ਮੈਂ ਇੰਨੇ ਪਾਠ ਕੀਤੇ ਆ। ਭਾਵ ਕਿ ਹਉਮੈ ਜਿਹੜੀ ਉਹ ਸਾਡਾ ਪਿੱਛਾ ਨਹੀਂ ਛੱਡਦੀ। ਹਉਮੈ ਜਾਤੀ ਜਿਨਸੀ ਖੋਵੈ, ਗੁਰੂ ਫਰਮਾਨ ਕਰ ਰਹੇ ਹਉਮੈ ਜਾਤੀ ਜਿਨਸੀ ਖੋਵੈ। ਅਤੇ ਜੋ ਸਾਧ ਸੰਗਤ ਅੱਜ ਕੱਲ੍ਹ ਜਿਹੜਾ ਵਾ ਜਾਤਾਂ ਦਾ ਬੜਾ ਜਿਹੜਾ ਹੰਕਾਰ ਆ, ਹਉਮੈ ਬੜੀ ਆ ਆਪਣੀ ਜਾਤ ਦੀ। ਹਉਮੈ ਦੇ ਵਿੱਚ ਹੀ ਆਪਣੀ ਸਭ ਪਦਾਰਥ ਜਿਹੜੇ ਉਗਵਾ ਰਹੇ ਆ। ਹਉਮੈ ਦੇ ਵਿੱਚ ਜਾਤ ਜਿਹੜੀ ਜਾਤ ਦੀ ਹਉਮੈ ਚੁੱਕੀ ਫਿਰਦੇ ਆ ਕਿ ਮੈਂ ਤਾਂ ਇੰਨੀ ਉੱਚੀ ਜਾਤ ਆ ਮੇਰੀ, ਜਾਂ ਮੈਂ ਤਾਂ ਇੰਨੇ ਵੱਡੇ ਜਾਤ ਦੇ ਵਿੱਚ ਇੰਨੇ ਵੱਡੇ ਘਰਾਣੇ ਦੇ ਵਿੱਚ ਪੈਦਾ ਹੋ ਗਿਆ, ਮੇਰਾ ਪਿਤਾ ਹੀ ਅਤੇ ਮੈਂ ਤਾਂ ਮੈਨੂੰ ਕੁਛ ਕਰਨ ਦੀ ਲੋੜ ਨਹੀਂ। ਬਾਕੀ ਜਿਹੜੇ ਨੀਚੇ ਵਾਲੇ ਜਿਹੜੇ ਥੱਲੇ ਵਾਲੇ ਜੀਵ ਆ ਉਹਨਾਂ 'ਚ ਪਰਮਾਤਮਾ ਦਿਸਦਾ ਹੀ ਨਹੀਂ ਕਿ ਉਹ ਵੀ ਉਹਨੇ ਪੈਦਾ ਕੀਤੇ, ਮੈਨੂੰ ਵੀ ਉਹਨੇ ਪੈਦਾ ਕੀਤਾ। ਉਸ ਚੀਜ਼ ਨੂੰ ਆਪਾਂ ਵਿਸਾਰ ਹੀ ਦਿੰਦੇ ਹਾਂ। ਫਿਰ ਆਪਾਂ ਆਪਣੀ ਜਾਤ ਦੇ ਅਭਿਮਾਨ ਦੇ ਵਿੱਚ ਹੀ ਬਸ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ, ਮਤਲਬ ਮੈਂ ਤਾਂ ਇੰਨਾ ਉੱਚਾ ਵਾਂ, ਇੰਨੀ ਉੱਚੀ ਮੇਰੀ ਜਾਤੀ ਹੈ, ਇੰਨੇ ਉੱਚੇ ਘਰਾਣੇ ਦੇ ਵਿੱਚ ਮੈਂ ਪੈਦਾ ਹੋ ਗਿਆ, ਹੁਣ ਕੌਣ ਮੇਰੇ ਲਾਗੇ, ਮਤਲਬ ਹੁਣ ਮੇਰਾ ਜਿਹੜਾ ਮੇਰੇ ਸਮਾਨ ਕੋਈ ਹੈ ਹੀ ਨਹੀਂ ਅਤੇ ਮੈਂ ਜੋ ਵੀ ਆ ਉਹ ਕਰ ਸਕਦਾ। ਉਦੋਂ ਹਉਮੈ ਦੇ ਵਿੱਚ ਮਤਲਬ ਆਪਾਂ ਹਉਮੈ ਦੇ ਵਿੱਚ ਹੁੰਦੇ ਹਾਂ ਉਸ ਵਕਤ ਵੀ। ਅਤੇ ਹਉਮੈ ਦੇ ਵਿੱਚ ਜਿਹੜੇ ਪਦਾਰਥ ਆਪਣੇ ਜਿਹੜੇ ਆ ਉਹ ਗਵਾ ਰਹੇ ਹੁੰਦੇ ਆ। ਅੱਗੇ ਸਤਿਗੁਰੂ ਜੀ ਕਹਿ ਰਹੇ, ਗੁਰੂ ਸਾਹਿਬ ਬਖਸ਼ ਰਹੇ, ਕਹਿੰਦੇ ਹਉਮੈ ਵਿੱਚ ਮੂਰਖ ਹਉਮੈ ਵਿੱਚ ਸਿਆਣਾ। ਪਦਾਰਥ ਗਵਾ ਰਹੇ ਹੁੰਦੇ ਮਤਲਬ ਕਿ ਪਦਾਰਥ ਜਿਹੜੇ ਮਤਲਬ ਜਿੱਦਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਜੇ ਆਪਾਂ ਉਹਨਾਂ ਨੂੰ ਚਾਹੀਏ ਤਾਂ ਆਪਾਂ ਕਿਸੇ ਲੋੜਵੰਦ ਦੀ ਮਦਦ ਕਰਕੇ ਜਾਂ ਜਿਵੇਂ ਸਤਿਗੁਰੂ ਜੀ ਨੇ ਹੁਕਮ ਵੀ ਦਿੱਤਾ ਆਪਾਂ ਨੂੰ ਉਹਦੇ ਅਨੁਸਾਰ ਆਪਾਂ ਉਹਨਾਂ ਚੀਜ਼ਾਂ ਨੂੰ ਵਰਤ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰ ਸਕਦੇ ਹਾਂ। ਪਰ ਆਪਾਂ ਹਉਮੈ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਵਾ ਉਹ ਵਿਅਰਥ ਗੁਰੂ ਸਾਹਿਬ ਕਹਿੰਦੇ ਗਵਾ ਰਹੇ ਹਾਂ। ਹਉਮੈ ਵਿੱਚ ਮੂਰਖ ਹਉਮੈ ਵਿੱਚ ਸਿਆਣਾ। ਅੱਗੇ ਗੁਰੂ ਸਾਹਿਬ ਕਹਿੰਦੇ ਜਦੋਂ ਆਪਾਂ ਮੂਰਖ ਬਣ ਕੇ ਵੀ ਹਉਮੈ ਦੀ ਵੀ ਨਹੀਂ ਛੱਡੀ, ਭਾਵ ਜਦੋਂ ਅਸੀਂ ਆਪਣੇ ਆਪ ਨੂੰ ਅੰਦਰ ਜਿਹੜੀ ਆ ਨਿਮਾਣਤਾ ਪੈਦਾ ਕਰਨ ਵਾਲੇ ਗੁਣ ਜਿਹੜੇ ਦਾ ਦਾਅਵਾ ਕਰਦੇ ਆ ਨਾ, ਨਿਮਾਣਤਾ ਪ੍ਰਾਪਤ ਕਰਨ ਵਾਲੇ ਗੁਣ ਜਦੋਂ ਅਸੀਂ ਅੰਦਰ ਕਿਤੇ ਕਹਿ ਰਹੇ ਹਉਮੈ ਵਿੱਚ ਮੂਰਖ ਹਉਮੈ ਵਿੱਚ ਸਿਆਣਾ, ਭਾਵ ਨਿਮਾਣਤਾ ਬਾਹਰੋਂ ਭਾਵ ਕੀਤਾ ਕਹਿ ਰਹੇ ਹੁੰਦੇ ਹਾਂ ਕਿ ਮੈਂ ਤਾਂ ਬੜਾ ਮੂਰਖ ਹਾਂ, ਮੇਰੇ ਵਰਗਾ ਤਾਂ ਕੋਈ ਮਤਲਬ ਹੈ ਹੀ ਨਹੀਂ, ਗਿਆਨ ਨਹੀਂ ਹੈਗਾ ਮੈਨੂੰ। ਤਾਂ ਸਾਧ ਸੰਗਤ ਕਈ ਵਾਰੀ ਸਟੇਜ 'ਤੇ ਬੈਠ ਕੇ ਵੀ ਆਪਾਂ ਕਰਦੇ ਹਾਂ, ਕਿਸੇ ਨੂੰ ਚਾਹੇ ਕਿਸੇ ਨੂੰ 2-4 ਜਣੇ ਇਕੱਠੇ ਹੋਏ ਆਪਾਂ ਵਿੱਚ ਬੈਠੇ ਹਾਂ, ਆਪਾਂ ਬੜੀ ਵਡਿਆਈ ਕਰ ਰਹੇ ਕਿ ਨੇ, ਹਾਂ ਗਿਆਨੀ ਆ, ਅਸੀਂ ਵਰਗੇ ਗਿਆਨੀ, ਸਾਡੇ ਵਰਗੇ ਮੂਰਖ, ਸਾਡੇ ਵਰਗੇ ਪਾਪੀ, ਆਮ ਹੀ ਸੰਬੋਧਨ ਕਰਦੇ ਆਪਾਂ ਸਾਡੇ ਵਰਗੇ ਪਾਪੀ ਜਾਂ ਸਾਡੇ ਵਰਗੇ ਜਿਹੜੇ ਲੋਕ ਆ ਕਿਰਤਗਣ ਕਹਿਣਗੇ। ਅਤੇ ਪਰ ਅਸਲ ਦੇ ਵਿੱਚ ਜਦੋਂ ਆਪਾਂ ਇਹਨਾਂ ਸ਼ਬਦਾਂ ਦਾ ਮਤਲਬ ਕਹਿ ਰਹੇ ਹੁੰਦੇ ਹਾਂ, ਸ਼ਬਦ ਜਿਹੜੇ ਅੰਦਰੋਂ ਆਪਾਂ ਬੋਲ ਰਹੇ ਹੁੰਦੇ ਆ, ਉਦੋਂ ਵੀ ਅਸਲ ਦੇ ਵਿੱਚ ਸਾਡੇ ਵਿੱਚ ਹਉਮੈ ਹੁੰਦੀ ਕਿ ਆਪਾਂ ਮਤਲਬ ਵਖਾਣ ਕਰ ਰਹੇ ਕਿ ਹਾਂ ਮੈਂ ਤਾਂ ਮਤਲਬ ਆਪਣੇ ਆਪ ਨੂੰ ਇੰਨਾ, ਉੱਧਰ ਵੀ ਚਤਰਾਈ ਅੰਦਰ ਚਤਰਾਈ ਹੁੰਦੀ ਕਿਤੇ ਨਾ ਕਿਤੇ, ਮੈਂ ਹੁੰਦੀ ਹਉਮੈ ਹੁੰਦੀ ਕਿ ਮੈਂ ਆਪਣੇ ਆਪ ਨੂੰ ਕਿੱਦਾਂ ਪੇਸ਼ ਜਿਹੜਾ ਕਰਨਾ, ਕਿ ਮਤਲਬ ਉਦੋਂ ਵੀ ਹਉਮੈ ਸਾਧ ਸੰਗਤ ਆਪਣੇ ਵਿੱਚ ਹੁੰਦੀ ਆ। ਅਤੇ ਹਉਮੈ ਵਿੱਚ ਮੂਰਖ ਹਉਮੈ ਵਿੱਚ ਸਿਆਣਾ। ਅਤੇ ਜਦੋਂ ਫਿਰ ਸਿਆਣਾ ਬਣਨ ਦੀ ਗੱਲ ਆਉਂਦੀ ਆ, ਆਪਣੇ ਆਪ ਨੂੰ ਕਹਿ ਤਾਂ ਗਰੀਬ ਰਹੇ ਹਾਂ, ਪਰ ਅੰਦਰੋਂ ਵਕਤ ਸਾਨੂੰ ਬੰਦਾ ਪੁੱਛ ਕੇ ਵੇਖੇ ਕਿ ਅਸੀਂ ਸੱਚੀ ਕਿਤੇ ਗਰੀਬ ਆ, ਮਤਲਬ ਗਿਆਨੀ, ਆਪਣੇ ਆਪ ਨੂੰ ਗਿਆਨੀ ਕਹਿੰਦੇ ਹੋ। ਇਹੋ ਜਿਹੀਆਂ ਦਲੀਲਾਂ ਲਿਆਣ ਕੇ ਬੋਲ ਕੇ ਰੱਖਾਂਗੇ ਮਤਲਬ ਅੱਗੇ ਲੋਕਾਂ ਦੇ, ਕਿ ਦੂਸਰਿਆਂ ਨੂੰ ਪੂਰੀ ਤਰ੍ਹਾਂ ਉਪਦੇਸ਼ ਕਰਾਂਗੇ, ਭਾਵੇਂ ਆਪ ਚੱਲੀਏ ਭਾਵੇਂ ਨਾ ਚੱਲੀਏ ਉਹਦੇ ਉੱਤੇ। ਅਤੇ ਇਹ ਕਰਕੇ ਦਲੀਲ ਜਿਹੜੀ ਉਹ ਵੱਡੀਆਂ ਇੱਥੇ ਜਿਹੜੀਆਂ ਉਹ ਦੇਵਾਂਗੇ ਹਉਮੈ ਦੇ ਅਨੁਸਾਰ, ਕਿਉਂਕਿ ਅੰਦਰ ਹਉਮੈ ਚੱਲ ਰਹੀ ਹੁੰਦੀ ਹੈ ਨਾ, ਅਤੇ ਮਤਲਬ ਮੇਰੇ ਵਰਗਾ ਕੋਈ ਹੈ ਹੀ ਨਹੀਂ। ਅਤੇ ਜਦੋਂ ਆਪਣੇ ਆਪ ਨੂੰ ਸਿਆਣਾ ਕਹਿ ਰਹੇ ਹੁੰਦੇ ਹਾਂ ਅਤੇ ਸਾਧ ਸੰਗਤ ਉਦੋਂ ਤਾਂ ਫਿਰ ਹਉਮੈ ਜਿਹੜੀ ਹੋਣੀ ਉਹ ਤਾਂ ਭਾਵ ਉਦੋਂ ਤਾਂ ਫਿਰ ਪੂਰੀ ਉੱਪਰ ਹੁੰਦੀ ਹੈ ਕਿ ਮਤਲਬ ਮੇਰੇ ਵਰਗਾ ਕੋਈ ਸਿਆਣਾ ਹੀ ਨਹੀਂ ਹੈਗਾ। ਅੱਗੇ ਮੁੱਖ ਮੁਗਧ ਕੀ ਸਾਰ ਨਾ ਜਾਣਾ। ਅਤੇ ਗੁਰੂ ਸਾਹਿਬ ਕਹਿੰਦੇ ਦੋਵੇਂ ਜਿਹੜੇ ਸੰਸਾਰੀ ਜੀਵ ਆਪਾਂ ਸੰਸਾਰੀ ਜੀਵ ਜਿਹੜੇ ਆ, ਇਹ ਜਿਹੜੇ ਪਿਛਲੇ ਮਾੜੇ ਕੰਮਾਂ ਨੂੰ ਜਿਹੜਾ ਕੱਟਣਾ ਸੀ, ਇਹ ਜਿਹੜਾ ਮਨੁੱਖਾ ਜੀਵਨ ਪ੍ਰਾਪਤ ਹੋਇਆ ਸੀ, ਇਹਦੇ ਵਿੱਚ ਜਿਹੜੀ ਸੀ ਇਹ ਮੁੱਖ ਦੀ ਭਾਵ ਮੁਕਤੀ ਦੀ ਦੋਵਾਂ ਜੀਵਾਂ ਨੇ ਜਿਹੜਾ ਵਾ ਇਹ ਸੰਸਾਰ ਦੇ ਵਿੱਚ ਪਿਛਲੇ ਮਾੜੇ ਕੰਮਾਂ ਨੂੰ ਕੱਟਣਾ ਸੀ ਅਤੇ ਅੱਗੇ ਚੰਗੇ ਕੰਮ ਜਿਹੜੇ ਕਰਕੇ ਮੁਕਤ ਹੋਣਾ ਸੀ, ਭਾਵ ਮੁਕਤੀ ਪ੍ਰਾਪਤ ਕਰਨੀ ਸੀ। ਪਿਛਲੇ ਮਾੜੇ ਕੰਮ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਨੁੱਖੀ ਜੀਵਨ ਪ੍ਰਾਪਤ ਹੋਇਆ ਸੀ, ਅਤੇ ਮੋਖ ਮੁਕਤ ਕੀ ਸੱਚੇ ਪਿਤਾ ਵਾਹਿਗੁਰੂ ਜੀ ਫਰਮਾਨ ਕਰੇ, ਦਾਤਾ ਜੀ ਕਹਿੰਦੇ ਮੋਖ ਮੁਕਤ ਕੀ ਸਾਰ ਨਾ ਜਾਣੇ। ਅਤੇ ਮੁਕਤ ਅਤੇ ਚੰਗੇ ਕੰਮ ਕਰਨ ਦੀ ਜਿਹੜੀ ਸੋਝੀ ਸੀ, ਮੁੱਖ ਜਿਹੜੀ ਸੀ ਉਹ ਚੰਗੇ ਕੰਮ ਜਿਹੜੇ ਕਰਨੇ ਸੀ ਇਸ ਸੰਸਾਰ ਦੇ ਵਿੱਚ, ਪਿਛਲੇ ਜਿਹੜੇ ਮਾੜੇ ਕੰਮ ਸੀ ਉਹਨਾਂ ਨੂੰ ਕੱਟਣਾ ਸੀ। ਇਸ ਸੰਸਾਰ ਪਿਛਲੇ ਕੀਤੇ ਜਨਮਾਂ ਦੇ ਮਾੜੇ ਕੰਮਾਂ ਨੂੰ ਕੱਟ ਕੇ ਚੰਗੇ ਕੰਮ ਕਰਨੇ ਸੀ, ਤਾਂ ਕਿ ਸਤਿਗੁਰੂ ਜੀ ਨੂੰ ਭਾ ਦਈਏ ਇਸ ਜੀਵਨ ਦੇ ਵਿੱਚ, ਇਸ ਜਨਮ ਦੇ ਵਿੱਚ ਸਤਿਗੁਰੂ ਜੀ ਨੂੰ ਭਾ ਦਈਏ, ਚੰਗੇ ਲੱਗੀਏ ਗੁਰੂ ਸਾਹਿਬ ਨੂੰ, ਚੰਗੇ ਕੰਮ ਕਰ ਲਈਏ। ਅਤੇ ਜਿਹਦੇ ਉਹ ਚੰਗੇ ਕੰਮ ਜਿਹੜੇ ਸਤਿਗੁਰੂ ਜੀ ਕਹਿ ਰਹੇ ਜਿਹਦੇ ਅਨੁਸਾਰ ਉਹਨੂੰ ਚੰਗੇ ਲੱਗੀਏ, ਦੁਨੀਆ ਨੂੰ ਨਹੀਂ, ਆਪਣੇ ਆਪ ਨੂੰ ਨਹੀਂ, ਜਿਹਦੇ ਕਰਕੇ ਉਹਨਾਂ ਨੂੰ ਚੰਗੇ ਲੱਗੀਏ, ਅਤੇ ਜਿਹੜੀ ਆ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਏ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਜਿਹੜਾ ਉਹ ਮਿਲ ਜੇ। ਪਰ ਸਾਧ ਸੰਗਤ ਆਪਾਂ ਉਹ ਕੀ ਕੀਤਾ, ਮੁਕਤ ਹੋਣਾ ਜਾਂ ਸਤਿਗੁਰੂ ਜੀ ਬੈਠ ਕੇ ਸਤਿਗੁਰੂ ਜੀ ਦੇ ਕੋਲ ਬੈਠਣਾ ਹੈ,
ਜੀਵਨ ਮਿਲਿਆ ਸੀ ਸਤਿਗੁਰੂ ਜੀ ਦੇ ਕੋਲ ਬੈਠਣ ਦੇ ਲਈ ਕਿ ਸਤਿਗੁਰੂ ਜੀ ਦੇ ਕੋਲ ਬੈਠੋ, ਗੁਰੂ ਸਾਹਿਬ ਕੀ ਕਹਿ ਰਹੇ ਉਹਦੇ ਅਨੁਸਾਰ ਆਪਣਾ ਜੀਵਨ ਜਿਹੜਾ ਬਤੀਤ ਕਰੋ, ਸਤਿਗੁਰੂ ਜੀ ਦਾ ਉਪਦੇਸ਼ ਮੰਨੋ, ਸੁਣੋ ਅਤੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੋ। ਪਰ ਆਪਾਂ ਇੱਦਾਂ ਕੀਤਾ ਹੀ ਨਹੀਂ, ਆਪਾਂ ਹਉਮੈ ਦੇ ਵਿੱਚ ਜਿਹੜਾ ਸਾਰਾ ਜੀਵਨ ਆ ਉਹ ਵਿਅਰਥ ਹੀ ਗਵਾ ਲਿਆ। ਅੱਗੇ ਗੁਰੂ ਸਾਹਿਬ ਕਹਿੰਦੇ ਹਉਮੈ ਵਿੱਚ ਮਾਇਆ, ਹਉਮੈ ਵਿੱਚ ਛਾਇਆ। ਮਾਇਆ ਕੀ? ਸਤਿਗੁਰੂ ਸਾਹਿਬ ਕਹਿੰਦੇ, ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਦਾਤਾ ਜੀ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਆ ਜੋ ਕੁਝ ਵੀ ਸਾਨੂੰ ਦਿਸ ਰਿਹਾ, ਜਿਵੇਂ ਸਾਰਾ ਜੇ ਆਪਾਂ ਪਿਛਲੇ ਇਹ ਜਿਵੇਂ ਸਾਰਾ ਇਹ ਸੰਸਾਰ ਆ, ਇਹ ਸਾਰੀ ਸ੍ਰਿਸ਼ਟੀ ਆ ਸਾਜੀ ਪਈ ਸਤਿਗੁਰਾਂ ਨੇ, ਜੋ ਦਰਖਤ ਬਨਸਪਤੀ ਜੋ ਵੀ ਆ ਸਾਰਾ ਕੁਛ, ਮਾਇਆ ਪੁੱਤਰ ਪਰਿਵਾਰ ਧੀਆਂ ਪੁੱਤਰ ਸਾਰਾ ਕੁਛ ਜੋ ਵੀ ਆਪਣੇ ਮਹਿਲ ਮਾੜੀਆਂ ਸਾਰਾ ਗੁਰੂ ਸਾਹਿਬ ਕਹਿੰਦੇ ਮਾਇਆ ਹੀ ਆ। ਇਹ ਜਿਹੜੀ ਮਾਇਆ ਜਿਸ ਨੂੰ ਜਦੋਂ ਬੰਦੇ ਨੂੰ ਮਾਇਆ ਜਿਸ ਨੂੰ ਹਟ ਜਾਂਦੀ ਨਾ, ਉਦੋਂ ਮਾਇਆ ਦਾ ਜਿਹੜਾ ਗੁਰੂ ਸਾਹਿਬ ਕਹਿੰਦੇ ਕਿ ਇਹ ਜਿਹੜੀ ਆਪਾਂ ਸਾਰਾ ਸੰਸਾਰ ਸਮਝੀ ਬੈਠੇ ਹਾਂ ਕਿ ਸੰਸਾਰ ਧਨ ਦੌਲਤ ਮਾਇਆ ਜਿਹੜੀ ਆ ਇਹ ਸਾਰੀ, ਜਦੋਂ ਗੁਰੂ ਸਾਹਿਬ ਕਹਿੰਦੇ ਇਹ ਸਾਰੀ ਮਾਇਆ ਹੁੰਦੀ ਵਾਹਿਗੁਰੂ ਜੀ ਦੀ, ਜਦੋਂ ਆਪਾਂ ਵਾਹਿਗੁਰੂ ਨੂੰ ਇਹਦੇ ਵਿੱਚ ਚੀਜ਼ ਦੇ ਵਿੱਚੋਂ ਵਿਸਾਰ ਦਿੰਦੇ ਨਾ, ਵਾਹਿਗੁਰੂ ਨੂੰ ਜਿਹੜਾ ਦੇਣ ਵਾਲਾ ਦਾਤਾ ਵਾ, ਜਿਹਨੇ ਆਪਣੇ ਲਈ ਸਾਰਾ ਕੁਛ ਪੈਦਾ ਕੀਤਾ ਕਿ ਮਨੁੱਖ ਤੂੰ ਸੰਸਾਰ ਦੇ ਵਿੱਚ ਚੱਲਿਆ ਅਤੇ ਤੇਰੇ ਲਈ ਆਪਣੀ ਲੋੜ ਦੇ ਅਨੁਸਾਰ ਉਹਨੇ ਸਾਰਾ ਕੁਛ ਪੈਦਾ ਕੀਤਾ। ਅਤੇ ਸਤਿਗੁਰੂ ਕਹਿੰਦੇ ਜਦੋਂ ਆਪਾਂ ਉਹਨੂੰ ਵਿੱਚੋਂ ਕੱਢ ਦਿੰਦੇ ਫਿਰ ਇਹ ਸਾਰਾ ਕੁਛ ਜਿਹੜਾ ਮਾਇਆ ਬਣ ਜਾਂਦਾ, ਫਿਰ ਸਿਰੀ ਮਾਇਆ ਬਣ ਜਾਂਦੀ ਹੈ ਸਿਰੀ, ਅਤੇ ਜਦੋਂ ਮਾਇਆ ਦਾ ਪਰਛਾਵਾ ਪੈਂਦਾ ਵਾ ਜੀਵ ਨੂੰ ਅਤੇ ਫਿਰ ਸਤਿਗੁਰੂ ਜੀ ਦਿਸ ਨੂੰ ਹਟ ਪੈਂਦੇ ਵਿੱਚੋਂ। ਕਹਿੰਦੇ ਫਿਰ ਜਦ ਸਤਿਗੁਰੂ ਜੀ ਦਿਸਦੇ ਹੀ ਨਹੀਂ, ਫਿਰ ਪੈਦਾ ਕਰਨ ਵਾਲਾ ਤਾਂ ਦਿਸਦਾ ਹੀ ਨਹੀਂ, ਜਦੋਂ ਉਹ ਮਾਇਆ ਦੀ ਛਾਇਆ ਜਿਹੜੀ ਪਰਛਾਵਾਂ ਭਾਵ ਪੈਂਦਾ ਉੱਤੇ, ਅਤੇ ਫਿਰ ਕਹਿੰਦੇ ਸਤਿਗੁਰੂ ਜੀ ਤਾਂ ਦਿਸਦੇ ਹੀ ਨਹੀਂ ਵਿੱਚ, ਉਹ ਤਾਂ ਦਿਸਦੇ ਹੀ ਨਹੀਂ ਕਿ ਉਹ ਰਹਿਮਤਾਂ ਦੇ ਦਾਤੇ ਨੇ ਮੈਨੂੰ ਪੈਦਾ ਕੀਤਾ ਅਤੇ ਉਹਦੇ ਲਈ ਮੇਰੇ ਸੰਸਾਰ ਜਿਹੜਾ ਉਹਨੇ ਮੇਰੇ ਲਈ ਪੈਦਾ ਕੀਤਾ, ਉਹਨੇ ਮੇਰੇ ਲਈ ਪੈਦਾ ਕੀਤਾ। ਮੇਰੇ ਵਿੱਚ ਤਾਂ ਇੰਨੀ ਨਹੀਂ ਹੈ ਕਿ ਅੱਜ ਗਰਮੀ ਹੈ ਅਤੇ ਮੈਂ ਹਵਾ ਵਗਾ ਲਾਂ, ਚਾਹੇ ਮੈਂ ਅੱਜ ਜਿਹੜੀ ਮੈਨੂੰ ਧੁੱਪ ਠੰਡ ਲੱਗ ਰਹੀ ਹੈ ਅਤੇ ਮੈਂ ਕਹਾਂਗੇ ਸੂਰਜ ਧੁੱਪ ਮਤਲਬ ਧੁੱਪ ਹੋ ਜਾਏ, ਸਾਰੇ ਪਾਸੇ ਧੁੱਪ ਹੋਵੇ। ਕਹਿੰਦੇ ਇੰਨੀ ਵਿੱਚ ਮੇਰੀ ਵਿੱਚ ਇੰਨੀ ਹਿੰਮਤ ਨਹੀਂ ਹੈਗੀ ਅਤੇ ਇੰਨੀ ਪਾਵਰ ਨਹੀਂ ਦਿੱਤੀ ਹੋਈ ਮੈਨੂੰ ਸਤਿਗੁਰੂ ਨੇ ਮੇਰੇ, ਉਹ ਇਹ ਸਾਰਾ ਕੁਛ ਸਤਿਗੁਰੂ ਜੀ ਦੇ ਹੱਥ ਆ। ਜਿਹੜੀਆਂ ਸਾਰੀਆਂ ਚੀਜ਼ਾਂ ਸ੍ਰਿਸ਼ਟ ਜਿਹੜੀ ਆ ਉਹ ਸਤਿਗੁਰੂ ਜੀ ਨੇ ਸਾਜੀ ਆ ਮੇਰੇ ਲਈ, ਮੇਰੀਆਂ ਲੋੜਾਂ ਦੇ ਲਈ ਉਹਨੇ ਜਿਹੜਾ ਸਾਰਾ ਪਸਾਰਾ ਜਿਹੜਾ ਉਹ ਸਾਜਿਆ ਹੋਇਆ ਵਾ। ਕਹਿੰਦੇ ਮਾਇਆ ਜਿਹੜੀ ਆ, ਕਹਿੰਦੇ ਜਦੋਂ ਇਹਦੇ ਵਿੱਚੋਂ ਸਤਿਗੁਰੂ ਜੀ ਜਿਸ ਨੂੰ ਹਟ ਜਾਂਦੇ ਆ, ਗੁਰੂ ਸਾਹਿਬ ਕਹਿੰਦੇ ਉਹਦੀ ਰਹਿਮਤ ਜਦੋਂ ਦਿਖਾਈ ਨਹੀਂ ਪੈਂਦੀ, ਜਦੋਂ ਅਸੀਂ ਆਪੇ ਕਰਤੇ ਬਣ ਜਾਂਦੀ ਨਾ, ਕਹਿੰਦੇ ਉਦੋਂ ਫਿਰ ਜਿਹੜੀ ਇਹ ਮਾਇਆ ਵਾ ਉਹਦੇ ਪਰਛਾਵੇਂ ਦੇ ਵਿੱਚ ਜੇ ਸਤਿਗੁਰੂ ਜੀ ਦਿਖ ਨੂੰ ਹਟ ਪੈਂਦੀ ਆ। ਕਹਿੰਦੇ ਫਿਰ ਉਹ ਦਿਖਦੇ ਹੀ ਨਹੀਂ ਹਉਮੈ ਦੇ ਵਿੱਚ, ਜਦੋਂ ਆਪਾਂ ਇੰਨੀ ਹਉਮੈ ਚੁੱਕ ਲੈਂਦੇ ਸਿਰ 'ਤੇ ਕਿ ਮਤਲਬ ਮੈਂ ਹੀ ਹਾਂ ਸਾਰਾ ਕੁਛ। ਅੱਗੇ ਸਤਿਗੁਰੂ ਜੀ ਫਰਮਾਨ ਕਰ ਰਹੇ ਆ, ਗੁਰੂ ਸਾਹਿਬ ਕਹਿੰਦੇ ਹਉਮੈ ਕਰ ਕਰ ਜੰਤਿਉ ਪਾਇਆ, ਹਉਮੈ ਕਰ ਕਰ ਜੰਤਿਉ ਪਾਇਆ। ਵਾਰ ਵਾਰ ਹਉਮੈ ਕਰਕੇ ਜਿਹੜੇ ਵਾਰ ਹਉਮੈ ਦੇ ਕਰਕੇ ਜਿਹੜਾ ਜੰਤੂ ਪਾਇਆ ਮਤਲਬ ਪੈਦਾ ਹੁੰਦਾ ਵਾ ਸੰਸਾਰ ਦੇ ਉੱਤੇ, ਵਾਰ ਘਰ ਆਪਾਂ ਆਉਂਦੇ ਹਾਂ ਸੰਸਾਰ ਦੇ ਉੱਤੇ, ਭਾਵ ਮਰਨ ਜੰਮਣ ਦੇ ਵਿੱਚ ਪੈਂਦੇ ਹਾਂ, ਮਨੁੱਖੀ ਜੀਵਨ ਮਿਲਦਾ ਵਾ, ਸਤਿਗੁਰੂ ਜੀ ਤਰਸ ਕਰਦੇ ਆ, ਫਿਰ ਸੰਸਾਰ 'ਤੇ ਭੇਜਦੇ ਆਪਾਂ ਨੂੰ ਕਿ ਹਾਂ ਹੁਣ ਚਾਹ ਚੰਗੇ ਕਰਮ ਕਰ, ਚੰਗੇ ਕਰਮ ਕਰਕੇ, ਅਤੇ ਪਰ ਆਪਾਂ ਫਿਰ ਉਹੀ ਹਉਮੈ ਜਿਹੜੀ ਆ ਉਹ ਛੱਡਦੇ ਨਹੀਂ ਆ। ਹਉਮੈ ਦੇ ਕਰਕੇ ਜਨਮ ਹੋਇਆ ਸੀ ਅਤੇ ਫਿਰ ਵਾਰ ਹਉਮੈ ਛੱਡੀ ਨਹੀਂ, ਅਤੇ ਉਸੇ ਹਉਮੈ ਦੇ ਕਰਕੇ ਫਿਰ ਜੰਮਣ ਮਰਨਾ ਜਿਹੜਾ ਕਹਿੰਦੇ ਫਿਰ ਮਨੁੱਖੀ ਜੀਵਨ ਜਿਹੜਾ ਮਿਲਿਆ ਅਤੇ ਉਹ ਫਿਰ ਅੰਜਾਈ ਗਵਾ ਲਿਆ, ਅਤੇ ਉਹਦੇ ਅਨੁਸਾਰ ਗੁਰੂ ਸਾਹਿਬ ਦੇ ਅਨੁਸਾਰ ਜੀਵਨ ਜਿਹੜਾ ਬਤੀਤ ਹੀ ਨਹੀਂ ਕੀਤਾ, ਜਿੱਦਾਂ ਗੁਰੂ ਸਾਹਿਬ ਦੇ ਕੋਲ ਗਏ ਹੀ ਨਹੀਂ, ਬੈਠੇ ਹੀ ਨਹੀਂ, ਆਪਣੀਆਂ ਚਤੁਰਾਈਆਂ ਛੱਡੀਆਂ ਹੀ ਨਹੀਂ, ਆਪਣੀ ਸਿਆਣਪ ਛੱਡੀ ਨਹੀਂ, ਅਤੇ ਇਹ ਕਰਕੇ ਆਪਣੀ ਸਿਆਣਪ ਨਾ ਛੱਡਣ ਦਾ ਕਰਕੇ ਵਾਰ ਹਉਮੈ ਦੇ ਵਿੱਚੋਂ ਨਾ ਨਿਕਲਣ ਦਾ ਕਰਕੇ, ਹਉਮੈ ਦੇ ਵਿੱਚ ਫਸਣ ਦਾ ਕਰਕੇ, ਗੁਰੂ ਸਾਹਿਬ ਕਹਿੰਦੇ ਹਉਮੈ ਦੇ ਵਿੱਚ ਵਾਰ ਹਉਮੈ ਦੇ ਵਿੱਚ ਰਹਿਣ ਦਾ ਕਰਕੇ ਵਾਰ ਜੰਮ ਰਹੇ ਹਾਂ ਅਤੇ ਵਾਰ ਮਰ ਰਹੇ ਹਾਂ, ਭਾਵ ਆ ਰਹੇ ਹਾਂ ਜਾ ਰਹੇ ਹਾਂ, ਅਤੇ ਸਾਡਾ ਜਿਹੜਾ ਆਉਣ ਗਵਣਾ ਉਹ ਖਤਮ ਨਹੀਂ ਹੋ ਰਿਹਾ। ਅੱਗੇ ਗੁਰੂ ਸਾਹਿਬ ਫਰਮਾ ਰਹੇ, ਕਹਿੰਦੇ ਹਉਮੈ ਬੂਝੇ ਤਾਂ ਅੰਦਰ ਸੂਝੇ। ਕਹਿੰਦੇ ਹਉਮੈ ਦੀ ਬੁਝਾਰਤ ਗੁਰੂ ਸਾਹਿਬ ਕਿਰਪਾ ਕਰ ਰਹੇ, ਕਹਿੰਦੇ ਹਉਮੈ ਦੀ ਬੁਝਾਰਤ ਨੂੰ ਜੇ ਕੋਈ ਸਮਝ ਸਕਿਆ ਨਾ, ਜਿਹੜਾ ਇਹਨੂੰ ਸਮਝ ਲਿਆ, ਜਿਹਨੇ ਹਉਮੈ ਦੀ ਬੁਝਾਰਤ ਨੂੰ ਜਿਹੜਾ ਇਹ ਸਮਝ ਗਿਆ ਕਿ ਇਹ ਹਉਮੈ ਕੀ ਆ, ਅਤੇ ਉਹ ਜਿਹੜਾ ਸੂਝਵਾਨ ਹੋ ਜਾਂਦਾ, ਉਹ ਜੀਵ ਜਿਹੜਾ ਵਾ ਉਹ ਸੂਝਵਾਨ ਹੋ ਕੇ ਉਹਨੂੰ ਸਮਝ ਲੱਗ ਗਈ, ਜਿਹਨੂੰ ਹਉਮੈ ਬੂਝੇ ਤਾਂ ਅੰਦਰ ਸੂਝੇ। ਜਿਹਨੇ ਇਸ ਹਉਮੈ ਨੂੰ ਸਮਝ ਲਿਆ, ਉਹਨੇ ਕਹਿੰਦੇ ਗੁਰੂ ਜੀ ਨੂੰ ਸਮਝ ਲੱਗ ਗਈ ਕਿ ਮੈਂ ਸੰਸਾਰ ਦੇ ਉੱਤੇ ਕੀ ਕਰਨਾ ਆ, ਅਸੀਂ ਇਹ ਹਉਮੈ ਜਿਹੜੀ ਕੀ ਆ, ਇਹ ਮੈਨੂੰ ਕਿੱਦਾਂ ਜਿਹੜੀ ਆ ਉਹ ਕੱਟ ਰਹੀ ਆ, ਕਿੱਦਾਂ ਮੈਨੂੰ ਚੁੱਭ ਰਹੀ ਆ, ਕਿੱਦਾਂ ਜਿਹੜੇ ਮੇਰੇ ਆ ਇਹ ਮੈਨੂੰ ਨਰਕਾਂ ਦੇ ਵੱਲ ਧੱਕ ਰਹੀ ਆ, ਕਿੱਦਾਂ ਮੈਨੂੰ ਗੁਰੂ ਸਾਹਿਬ ਤੋਂ ਦੂਰ ਲੈ ਕੇ ਜਾ ਰਹੀ ਆ। ਅਤੇ ਉਹ ਜਿਹੜਾ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਫਿਰ ਉੱਥੇ ਜਦੋਂ ਆਪਾਂ ਇਸ ਚੀਜ਼ ਨੂੰ ਬੁੱਝ ਲਿਆ ਨਾ ਕਿ ਹਉਮੈ ਕੀ ਹੈ, ਕਿੱਦਾਂ ਤੰਗ ਕਰਦੀ ਹੈ, ਕਿੱਦਾਂ ਆਉਂਦੀ ਹੈ ਗੁਰੂ ਸਾਹਿਬ ਦੇ ਕੋਲ, ਜਦੋਂ ਗੁਰੂ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ, ਗੁਰੂ ਸਾਹਿਬ ਨੇ ਸਾਡੇ ਔਗਣਾਂ ਨੂੰ ਦਾਤਾ ਜੀ ਨੇ ਮਿਹਰ ਕਰਕੇ ਸੱਚੇ ਪਿਤਾ ਵਾਹਿਗੁਰੂ ਜੀ ਨੇ ਹਉਮੈ ਤੋਂ ਖਹਿੜਾ ਛਡਵਾਤਾ। ਹਉਮੈ ਛੁੱਟਣੀ ਤਾਂ ਸਾਧ ਆਪਣਾ ਤਾਂ ਕਰਮ ਕਰਨਾ, ਅੱਗੇ ਬਖਸ਼ਿਸ਼ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਜਿੱਦਣ ਛੁੱਟ ਗਈ, ਜਿੱਦਣ ਇਹ ਹਉਮੈ ਤੋਂ ਖਹਿੜਾ ਛੁੱਟ ਗਿਆ ਨਾ, ਉਸ ਦਿਨ ਫਿਰ ਚੰਗੇ ਕੰਮ ਕਰਕੇ
ਤਾਂ ਦਰ ਸੂਝੇ। ਫਿਰ ਦਰ, ਉਸ ਦਰ ਦਾ ਪਰਮਾਤਮਾ, ਉਹ ਦਰ ਦੀ ਸੋਝੀ ਆ ਜਾਣੀ ਜਿੱਥੇ ਜਾਣਾ ਲਾਸਟ ਗੁਰੂ ਸਾਹਿਬ ਦੇ ਕੋਲ ਜਾਣਾ। ਫਿਰ ਉਸ ਦਰ ਦੀ ਸੋਝੀ ਜਿਹੜੀ ਆ ਸਮਝ ਆਊਗੀ ਵੀ ਅਸੀਂ ਕੀ ਕਰਨਾ ਹੈ ਸੰਸਾਰ ਦੇ, ਅਤੇ ਕਿਉਂ ਜਿਹੜਾ ਆਪਣਾ ਜੀਵਨ ਉਹ ਵਿਅਰਥ ਗਵਾਇਆ ਸਾਰਾ। ਇਹ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਕਿਰਪਾ ਕਰਨ ਕਿ ਸਾਨੂੰ ਵੀ ਸੋਝੀ ਪ੍ਰਾਪਤ ਹੋ ਜਾਏ, ਹਉਮੈ ਦਾ ਪਤਾ ਲੱਗ ਜਾਏ ਕਿ ਹਉਮੈ ਜਿਹੜੀ ਆ ਕਿੱਦਾਂ ਜਿਹੜੀ ਆ ਉਹ ਕਿੱਦਾਂ ਤੰਗ ਕਰਦੀ ਆ। ਅੱਗੇ ਸਤਿਗੁਰੂ ਜੀ ਬਿਆਨ ਕਰ ਰਹੇ, ਗੁਰੂ ਸਾਹਿਬ ਜੀ ਦੱਸ ਰਹੇ ਆਪਣੇ ਕਲਯੁਗੀ ਜੀਵਨ ਨੂੰ ਸਮਝਾ ਰਹੇ ਆ, ਮੇਰੇ ਦਾਤਾ ਜੀ ਗਿਆਨ ਵੀ ਹੋਣਾ ਕਥ ਕਥ ਲੂਝੇ। ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ, ਕਹਿੰਦੇ ਜੀਵ ਜਿਹੜਾ ਹਉਮੈ ਦੇ ਵਿੱਚ ਜਿਹੜਾ ਇਹ ਗਿਆਨ ਵੀ ਹੋਣਾ ਜਿਹੜਾ ਵਾ ਕਥ ਕਥ ਕੇ, ਕਹਿੰਦੇ ਕਥ ਕਥ ਲੂਝੇ। ਜੀਵ ਕਹਿੰਦੇ ਹਉਮੈ ਦੇ ਵਿੱਚ ਗਿਆਨਵਾਨ ਹੁੰਦਾ, ਗਿਆਨ ਤੋਂ ਸਖਣਾ ਜਿਹੜਾ ਵਾ, ਕਹਿੰਦੇ ਜੀਵ ਜਿਹੜਾ ਹਉਮੈ ਦੇ ਵਿੱਚ ਸਮਝਦਾ, ਆਪਣੇ ਆਪ ਨੂੰ ਹਉਮੈ ਦੇ ਵਿੱਚ ਸਮਝਦਾ ਕਿ ਮੈਂ ਬਹੁਤ ਜਿਹੜਾ ਵਾ ਗਿਆਨਵਾਨ ਆ, ਮੇਰੇ ਵਰਗਾ ਕੋਈ ਗਿਆਨਵਾਨ ਹੈਗਾ ਹੀ ਨਹੀਂ, ਮੇਰੇ ਵਰਗਾ ਕੋਈ ਸੰਸਾਰ ਦੇ ਉੱਤੇ ਗਿਆਨਵਾਨ ਨਹੀਂ ਹੈਗਾ। ਪਰ ਅਸਲ ਦੇ ਵਿੱਚ ਕਹਿੰਦੇ ਇਹਨੂੰ ਅਗਿਆਨੀ ਹੈ ਗੁਰੂ ਸਾਹਿਬ, ਅਸਲ ਦੇ ਵਿੱਚ ਕਹਿੰਦੇ ਅਗਿਆਨੀ। ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਅਸੀਂ ਅਗਿਆਨੀ, ਆਪਣੀਆਂ ਨਜ਼ਰਾਂ ਦੇ ਵਿੱਚ ਭਾਵੇਂ ਸਾਡੇ ਵਰਗਾ ਕੋਈ ਹੈ ਨਹੀਂ ਕਿ ਅਸੀਂ ਸਮਝਦੇ ਹਾਂ ਕਿ ਸਾਡੇ ਵਰਗਾ ਕੋਈ ਹੈਗਾ ਨਹੀਂ, ਪਰ ਗੁਰੂ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਅਗਿਆਨੀ ਹਾਂ। ਗਿਆਨ ਤੋਂ ਵੀ ਹੋਣੇ ਆ, ਭਾਵ ਗਿਆਨ ਤੋਂ ਸਖਣੇ ਆ, ਅਤੇ ਆਪਣਾ ਗਿਆਨ ਜਿਹੜਾ ਫੋਕਾ ਚੁੱਕੀ ਫਿਰਦੇ ਆ, ਭਾਵ ਗਿਆਨਵਾਨ ਬਣੇ ਫਿਰਦੇ ਆ, ਅਤੇ ਲੋਕਾਂ ਨੂੰ ਉਪਦੇਸ਼ ਦਿੰਦੇ ਆ, ਅਤੇ ਆਪ ਭਾਵੇਂ ਅੰਦਰੋਂ ਖਾਲੀ ਆ। ਭਾਵੇਂ ਅੰਦਰੋਂ ਅਸੀਂ ਨਹੀਂ ਦੱਸਦੇ ਕਿ ਅਸੀਂ ਅੰਦਰੋਂ ਖਾਲੀ, ਮਤਲਬ ਅਸੀਂ ਸਾਡੇ ਅੰਦਰ ਕੁਛ ਨਹੀਂ ਹੈਗਾ, ਪਰ ਅਸੀਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਗਿਆਨਵਾਨ ਅਸੀਂ, ਮਤਲਬ ਬਹੁਤ, ਕਿਉਂਕਿ ਅਸੀਂ ਬਹੁਤ ਗਿਆਨਵਾਨ ਹਾਂ ਭਾਈ, ਬਹੁਤ ਉੱਚੀ ਸਾਨੂੰ ਬੜੀ ਸਮਝ ਆ, ਬੜੇ ਸਿਆਣੇ ਆ। ਹਾਲਾਂਕਿ ਸਤਿਗੁਰੂ ਜੀ ਜਾਣਦੇ ਆ ਕਿ ਅੰਦਰ ਅਸੀਂ ਕੁਛ ਵੀ ਨਹੀਂ, ਖਾਲੀ ਆ, ਦੂਸਰਿਆਂ ਨੂੰ ਬਸ ਉਪਦੇਸ਼ ਹੀ ਕਰਦੇ ਪਏ ਆ, ਅੰਦਰੋਂ ਖਾਲੀ ਆ। ਅਤੇ ਉਪਦੇਸ਼ ਦੂਜਿਆਂ ਨੂੰ ਉਦੋਂ ਤੱਕ ਹੀ ਦੇਣਾ ਵਾ ਜਦੋਂ ਤੱਕ ਅੰਦਰੋਂ ਖਾਲੀ ਆ। ਅਤੇ ਜਿੱਦਣ ਸਤਿਗੁਰੂ ਜੀ ਦੀ ਕਿਰਪਾ ਹੋ ਗਈ, ਮੇਰੇ ਦਾਤਾ ਜੀ ਦੀ ਕਿਰਪਾ ਹੋ ਗਈ, ਅੰਦਰੋਂ ਭਰ ਗਈ, ਅੰਦਰੋਂ ਪਤਾ ਲੱਗ ਗਿਆ, ਗੁਰੂ ਜੀ ਦੀ ਮਿਹਰ ਹੋ ਗਈ, ਸੱਚੇ ਪਿਤਾ ਵਾਹਿਗੁਰੂ ਜੀ ਦੀ ਇਹ ਭਾਂਡਾ ਅੰਦਰੋਂ ਭਰ ਗਿਆ, ਉਦਣ ਸਾਧ ਸੰਗਤ ਆਵਾਜ਼ ਨਹੀਂ ਹੋਣੀ, ਉਦਣ ਨਹੀਂ, ਫਿਰ ਉਦਣ ਦੂਸਰਿਆਂ ਨੂੰ ਉਪਦੇਸ਼ ਦੇਣ ਨੂੰ ਹਟ ਜਾਣਾ। ਉਪਦੇਸ਼ ਉੱਦਾਂ ਤੱਕ ਹੀ ਦੇਣੇ ਆਪਾਂ ਕਿ ਆਹ ਕਰ ਲਓ, ਉਹ ਕਰ ਲਓ, ਆਹ ਕਰ ਲਓ ਜੀ, ਕਰ ਲਓ, ਇੱਦਾਂ ਕੰਮ ਕਰੋ, ਉੱਦਾਂ ਕਰੋ, ਉਦਣ ਹੀ ਸਾਰਾ ਕੁਛ ਬੰਦ ਹੋ ਜਾਣਾ ਜਿੱਦਾਂ ਸਤਿਗੁਰੂ ਜੀ ਦੀ ਕਿਰਪਾ ਹੋ ਗਈ। ਇਹ ਕਰਕੇ ਜਿਹੜੀਆਂ ਸਭ ਆਪਣੀਆਂ ਚਤਰਿਆਈਆਂ ਨਾ, ਗਿਆਨ ਵੀ ਹੋਣਾ ਕਥ ਕਥ ਲੂਝੇ, ਇਹ ਗਿਆਨ ਤੋਂ ਸਖਣੇ ਆ, ਇਸ ਕਰਕੇ ਕਰ ਰਹੇ ਹਾਂ, ਇਹ ਕਰਕੇ ਲੂਝ ਰਹੇ ਹਾਂ, ਇਹ ਕਰਕੇ ਗਿਆਨ ਤੋਂ ਵੀ ਹੋਣੇ ਆ, ਗਿਆਨ ਤੋਂ ਸਖਣੇ ਆ, ਗਿਆਨ ਵੀ ਹੋਣੇ ਕਥ ਕਥ, ਇਸ ਕਰਕੇ ਕਥ ਕਥ ਕੇ ਜਿਹੜੇ ਆ ਉਲਝ ਰਹੇ ਆ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ, ਦਾਤਾ ਜੀ ਰਹਿਮਤ ਦੇ ਘਰ ਦੇ ਵਿੱਚ ਆ ਕੇ ਮੇਰੇ ਦਾਤਾ ਜੀ ਬਖਸ਼ਿਸ਼ ਕਰ ਰਹੇ, ਕਹਿੰਦੇ ਨਾਨਕ ਹੁਕਮੀ ਲਿਖੀ ਹੈ ਲੇਖ, ਜਿਹਾ ਵੇਖੈ ਤੇਹਾ ਵੇਖ। ਸਤਿਗੁਰੂ ਜੀ ਕਹਿੰਦੇ ਫਰਮਾ ਰਹੇ ਆ, ਕਹਿੰਦੇ ਕਿ ਇਹ ਲੇਖ ਜਿਹੜੇ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਜੀਵ ਦੇ ਮੱਥੇ ਦੇ ਉੱਤੇ ਲਿਖ ਦਿੱਤਾ ਗਿਆ। ਕਹਿੰਦੇ ਇਹ ਜਿਹੜਾ ਨਾਨਕ ਹੁਕਮੀ ਲਿਖੇ ਲੇਖ, ਕਹਿੰਦੇ ਜਿਹੜਾ ਹਉਮੈ ਦਾ ਲੇਖ ਹੈ ਨਾ, ਇਸ ਜਿਹੜਾ ਹਉਮੈ ਰੂਪੀ ਲੇਖ ਹੈ, ਕਹਿੰਦੇ ਇਹ ਵੀ ਸਤਿਗੁਰੂ ਜੀ ਨੇ ਜੀ ਕਿਰਪਾ ਦੇ, ਸਤਿਗੁਰੂ ਜੀ ਨੇ ਲਿਖਿਆ ਵਾ। ਵਾਹਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਜੀਵ ਜਦੋਂ ਆਉਂਦਾ ਸੰਸਾਰ ਦੇ ਉੱਤੇ, ਉਦੋਂ ਹੀ ਲਿਖ ਦਿੱਤਾ ਜਾਂਦਾ ਕਿ ਇਹਨੇ ਕਿੰਨਾ ਚਿਰ ਹਉਮੈ ਦੇ ਵਿੱਚ ਜਿਹੜਾ ਰਹਿਣਾ ਵਾ, ਕਦੋਂ ਹਉਮੈ ਟੁੱਟਣੀ, ਕਿ ਸਾਰਾ ਕੁਛ ਲੇਖ ਜਿਹੜਾ ਜਦੋਂ ਆਪਾਂ ਸੰਸਾਰ ਦੇ ਵਿੱਚ ਆਉਂਦੇ ਹਾਂ, ਵਾਹਿਗੁਰੂ ਜੀ ਉਦੋਂ ਸਾਡੇ ਮੱਥੇ ਉੱਤੇ ਲਿਖ ਦਿੰਦੇ ਆ, ਜਿਹਾ ਵੇਖੇ ਤੇਹਾ ਵੇਖ। ਅਤੇ ਕਹਿੰਦੇ ਜਿੱਦਾਂ ਜਿੱਦਾਂ ਦੀ ਸਤਿਗੁਰੂ ਜੀ ਕਹਿੰਦੇ ਕਿਰਪਾ ਹੋ ਜਾਂਦੀ, ਅਤੇ ਹਉਮੈ ਜਿਹੜੀ ਆ ਜਦੋਂ ਸਤਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਆਪਣੀ, ਸਤਿਗੁਰੂ ਜੀ ਰਹਿਮਤ ਦੇ ਘਰ ਦੇ ਵਿੱਚ ਆ ਜਾਂਦੇ ਆ, ਉਹਨੂੰ ਅਸੀਂ ਉਹ ਭਾ ਜਾਂਦੇ ਆ, ਉਹਨੂੰ ਸਾਡੇ ਕਰਮ ਜਿਹੜੇ ਉਹਨੂੰ ਭਾ ਜਾਂਦੇ ਆ, ਹਉਮੈ ਖਤਮ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਦੇ ਨਾਲ। ਅਤੇ ਕਹਿੰਦੇ ਫਿਰ ਉਹਨੂੰ ਭਾ ਜਾਂਦੀ ਆ ਸਤਿਗੁਰੂ ਨੂੰ, ਫਿਰ ਹਉਮੈ ਦੀ ਸਮਝ ਪੈ ਜਾਂਦੀ ਆ, ਅਤੇ ਫਿਰ ਜਿਹੜਾ ਵਾ ਉਹ ਸਾਰੇ ਸੰਸਾਰ ਦੇ ਜੀਵ ਜਿਹੜੇ ਆ, ਜਿਹਾ ਵੇਖੇ ਤੇਹਾ ਵੇਖ, ਕਹਿੰਦੇ ਫਿਰ ਉਹ ਸਾਰੇ ਹੀ ਚੰਗੇ ਲੱਗਣ ਲੱਗ ਜਾਂਦੇ ਜੀਵ, ਫਿਰ ਕੋਈ ਬੁਰਾ ਦਿਖਦਾ ਹੀ ਨਹੀਂ, ਫਿਰ ਸਾਰੇ ਚੰਗੇ ਹੀ ਲੱਗਦੇ ਕਿ ਹਾਂ ਮਤਲਬ ਸਾਰੇ ਹੀ ਚੰਗੇ ਆ ਸੰਸਾਰ ਦੇ ਵਿੱਚ। ਅਤੇ ਇਹ ਉਦੋਂ ਤੱਕ ਚੰਗੇ ਲੱਗਣੇ, ਉਦੋਂ ਚੰਗੇ ਲੱਗਣੇ ਸਾਸਨ ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋਈ, ਜਦੋਂ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ, ਜਦੋਂ ਆਪਣਾ ਉੱਦਾਂ ਦੇ ਹੋ ਗਏ ਸਾਸਨ, ਜਿੱਦਾਂ ਦਾ ਆਪਣਾ ਨਾ ਖੁਦ ਉੱਦਾਂ ਦੇ ਸਾਰੇ, ਮਤਲਬ ਜੇ ਆਪਾਂ ਅੰਦਰੋਂ ਬੁਰੇ ਆ ਤਾਂ ਸਾਰੇ ਆਪਾਂ ਨੂੰ ਬੁਰੇ ਹੀ ਲੱਗਣੇ ਕਿ ਹਾਂ ਉਹ ਵੀ ਆ, ਉਹ ਜਿੰਨਾ ਤੱਕ ਲੋਕਾਂ ਦੂਸਰਿਆਂ ਦੇ ਔਗਣ ਆਪਾਂ ਵੇਖ ਰਹੇ ਹਾਂ ਨਾ ਕਿ ਉਹਦੇ ਵਿੱਚ ਆਹ ਔਗਣ ਆ, ਉਹਦੇ ਵਿੱਚ ਆਹ ਔਗਣ ਆ, ਉਹਦਾ ਮਤਲਬ ਕਿ ਉਹ ਸਾਡੇ ਵਿੱਚ ਅਜੇ ਔਗਣ ਭਰੇ ਪਏ ਆ। ਜਿੰਨਾ ਤੱਕ ਸਾਨੂੰ ਸਾਰੇ ਬੁਰੇ ਲੱਗ ਰਹੇ ਨਾ ਕਿ ਇਹ ਤਾਂ ਕੀਤਾ ਕੰਮ ਚੰਗਾ ਨਹੀਂ ਲੱਗ ਰਿਹਾ, ਕਿ ਨਹੀਂ ਆਹ ਨਹੀਂ ਚੰਗਾ ਕੀਤਾ, ਇਹਨੂੰ ਇੱਦਾਂ ਕਰਨਾ ਚਾਹੀਦਾ ਸੀ, ਆਪਣੀ ਮੱਤ ਮਤਲਬ ਦੇ ਅਨੁਸਾਰ ਉਹਨੂੰ ਚੰਗਾ ਮਾੜਾ ਚੰਗਾ ਦੱਸ ਰਹੇ ਹਾਂ, ਉਨੀ ਦੇਰ ਤੱਕ ਭਾਵ ਕਿ ਸਾਡੇ ਵਿੱਚ ਆਪਣੇ ਵਿੱਚ ਹਜੇ ਔਗਣ, ਅਜੇ ਔਗਣ ਖਤਮ ਨਹੀਂ ਹੋਏ, ਅੰਦਰੋਂ ਜਿਹੜਾ ਵਾ ਉਹ ਹਲੇ ਕਾਲੇ ਆ। ਗੁਰਬਾਣੀ ਜਿਹੜੀ ਆ, ਵਾਹਿਗੁਰੂ ਮੰਤਰ ਜਿਹੜਾ ਵਾ ਉਹ ਜਾਪ, ਵਾਹਿਗੁਰੂ ਜੀ ਦੀ ਕਿਰਪਾ ਹਲੇ ਬਾਕੀ ਆ ਹੋਣੀ, ਸਤਿਗੁਰੂ ਜੀ ਦੀ ਕਿਰਪਾ ਸਾਡੇ ਉੱਤੇ ਨਹੀਂ ਹੋਈ। ਅਤੇ ਜਦੋਂ ਸਤਿਗੁਰੂ ਜੀ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਆ, ਵਾਹਿਗੁਰੂ ਗੁਰੂ ਮੰਤਰ ਜਾਪ ਕਰਕੇ ਆਪਾਂ ਹਉਮੈ ਖੋਈ, ਜਦੋਂ ਹਉਮੈ ਖਤਮ ਹੋ ਜਾਂਦੀ ਅੰਦਰੋਂ,
ਤੇ ਉਦੋਂ ਫਿਰ ਸਾਰੇ ਜਿਹੜੇ ਜੀਵ ਆ ਉਹ ਸਾਰੇ ਚੰਗੇ ਲੱਗਣ ਲੱਗ ਜਾਂਦੇ। ਉਦੋਂ ਇਵੇਂ ਲੱਗਦਾ ਕਿ ਜਿਹੜੇ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਜਿਹੜਾ ਵਾਹਿਗੁਰੂ ਜੀ ਆਪ ਬੈਠੇ ਆ। ਉਦੋਂ ਕਿਸੇ ਦੇ ਔਗਣ ਜਿਹੜੇ ਉਹ ਵੀ ਉਹਦੇ ਉਹੀ ਲੱਗਦਾ ਕਿ ਸਤਿਗੁਰੂ ਜੀ ਉਹ ਇਹਦੇ ਵਿੱਚ ਵੀ ਮੇਰੇ ਵਾਹਿਗੁਰੂ ਜੀ ਆ ਅਤੇ ਬੁਰਾ ਕੰਮ ਕਰ ਰਹੇ ਆ ਨਾ, ਉਹ ਵੀ ਬੁਰਾ ਨਹੀਂ ਲੱਗਦਾ ਸਤਸੰਗ, ਕਿਉਂਕਿ ਉਹਦੇ ਵਿੱਚ ਵੀ ਲੱਗਦਾ ਕਿ ਮੇਰੇ ਜਿਹੜੇ ਇਹਦੇ ਵਿੱਚ ਵੀ ਤਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਆ। ਉਦੋਂ ਵੀ ਸਾਰੇ ਪਾਸੇ ਉਹ ਵਾਹਿਗੁਰੂ ਜੀ ਦਾ ਰੂਪ ਹੁੰਦਾ ਉਹ ਨੱਚਦੀ ਆਉਂਦੀ। ਅਤੇ ਉਦੋਂ ਫਿਰ ਜਿਹੜਾ ਵੈਰ ਵਿਰੋਧ ਸਾਰਾ ਖਤਮ ਹੋ ਜਾਂਦਾ। ਅਤੇ ਇਹ ਕਦੋਂ ਹੁੰਦਾ? ਉਦੋਂ ਜਦੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋ ਜਾਂਦੀ, ਜਦੋਂ ਗੁਰੂ ਸਾਹਿਬ ਜੀ ਤਰਸ ਕਰਦੇ ਆ, ਰਹਿਮਤ ਕਰਦੇ ਆ, ਜਦੋਂ ਹਉਮੈ ਖਤਮ ਹੋ ਜਾਂਦੀ, ਜਦੋਂ ਆਪਣੀ ਸਿਆਣਪ ਜਿਹੜੀ ਆ ਉਹ ਛੱਡ ਦਿੰਦੇ ਆ, ਉਦੋਂ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਮੇਰੇ ਦਾਤਾ ਜੀ ਰਹਿਮਤ ਦੇ ਘਰ ਦੇ ਵਿੱਚ ਆਉਂਦੇ, ਬਾਂਹ ਫੜਦੇ ਆ, ਅਤੇ ਉਦੋਂ ਫਿਰ ਇਸ ਚੀਜ਼ ਦੀ ਪ੍ਰਾਪਤੀ ਹੁੰਦੀ ਆ। ਉਦੋਂ ਫਿਰ ਆਪਾਂ ਜਿਹੜਾ ਉਹ ਸਾਰੇ ਫਿਰ ਚੰਗੇ ਲੱਗਣ ਲੱਗਦੇ ਆ ਕਿ ਸਾਰੇ ਜਿਹੜੇ ਆ ਉਹ ਪਰਮਾਤਮਾ ਦੇ ਜੀਅ ਆ, ਸਾਰੇ ਉਹਨੇ ਹੀ ਉਪਾਏ ਆ, ਉਹਨੇ ਪੈਦਾ ਕੀਤੇ ਸਾਰੇ। ਅਤੇ ਇਹ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਵਾਹਿਗੁਰੂ ਜੀ ਗਿਆਨ ਬਖਸ਼ਣ, ਵਾਹਿਗੁਰੂ ਜੀ ਕਿਰਪਾ ਕਰਨ, ਦਾਤਾ ਜੀ ਵਾਹਿਗੁਰੂ ਗੁਰਬਾਣੀ ਦੇ ਨਾਲ ਜੋੜ ਲੈਣ, ਕੀਰਤਨ ਦੀਆਂ ਦਾਤਾਂ ਬਖਸ਼ਣ, ਸਤ ਸੰਗਤ ਬਖਸ਼ਣ, ਸੱਚੇ ਪਿਤਾ ਵਾਹਿਗੁਰੂ ਜੀ ਦੇ ਹਉਮੈ ਤੋਂ ਜਿਹੜਾ ਛੁਟਕਾਰਾ ਹੋ ਜੇ। ਕਿਰਪਾ ਕਰਨ ਵਾਹਿਗੁਰੂ ਜੀ ਮੇਰੇ ਦਾਤਾ ਜੀ, ਸੱਚੇ ਪਿਤਾ ਵਾਹਿਗੁਰੂ ਜੀ। ਹੋਈਆਂ ਜਿਹੜੀਆਂ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਸਾਧ ਸੰਗਤ ਆਪ ਸਭ ਬਖਸ਼ਣਯੋਗ ਬਖਸ਼ ਲਿਓ। ਅਰਦਾਸ ਕਰਿਓ ਵਾਹਿਗੁਰੂ ਜੀ ਕਿ ਕਿਰਪਾ ਕਰਨ ਸੱਚੇ ਪਿਤਾ ਵਾਹਿਗੁਰੂ ਜੀ, ਸਾਡੀ ਵੀ ਹਉਮੈ ਜਿਹੜੀ ਉਹ ਖਤਮ ਹੋ ਜਾਏ ਅਤੇ ਸੰਸਾਰ ਦੇ ਉੱਤੇ ਆਉਣ ਦਾ ਜਿਹੜਾ ਅਸਲੀ ਮਨੋਰਥ ਆ ਉਹ ਸਮਝ ਆ ਜਾਏ। ਮਤਲਬ ਪਤਾ ਲੱਗ ਜਾਏ ਕਿ ਸੰਸਾਰ 'ਤੇ ਕੀ ਕਰਨਾ ਹੈ ਆ। ਸਤਿਗੁਰੂ ਜੀ ਦੇ ਕੋਲ ਬਈਏ ਅਤੇ ਸਤਿਗੁਰੂ ਜੀ ਦਾਤਾ ਜੀ ਮੇਰੇ ਬਖਸ਼ਿਸ਼ ਕਰਨ, ਮੇਰੇ ਦਾਤਾ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਲੈ ਲੈਣ, ਕਿਰਪਾ ਕਰਨ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।